बिस्मिल्लाहिर्रहमानिर्रहीम। मैं मोहम्मद सरफराज जी इस वेले 43 GD डिस्ट्रिक्ट कोकाड़ा दे विच पहलवान डेयरी फार्म ते मौजूद है जी। मेरे नाल ने उहदे मालक डेयरी फार्म दे हाजी लियाकत साहब जी। हाजी साहब अस्सलाम वालेकुम जी। वालेकुम सलाम जी। हाजी साहब बहुत शुक्रिया जी, तुसी टाइम दिता। लेकिन मज़ा ये है कि हुणे बारिश हुई तो बड़ी ज़बरदस्त हुई है। तो एक जिहड़ा फीचर डेयरी फार्मां का नहीं पता लगता मींह तो बाद की हाल हुंदा वो भी असीं अज देख लेना इत्थे। हाजी साहब किन्ने अरसे तो तुसीं ये डेयरी फार्म कर रहे हैं? मैं तकरीबन 13 साल तो 13 साल तो माशाअल्लाह। तो बड़ा तुसीं मुस्तकिल मिजाजी ना कर रहे, ਇਹਦਾ ਮਤਲਬ ਤੁਹਾਨੂੰ ਕੁਛ ਲੱਭਦਾ ਤੇ ਕਰੀ ਜਾਂਦੇ। जी बिल्कुल प्रॉफिट है जी। ਹਾਜੀ ਸਾਹਿਬ ਦੇਖਣ ਨੂੰ ਜਾਂ ਕਿਹਾ ਤੇ ਇਹ ਜਾਂਦਾ ਜੀ ਗੱਲ ਕੋਈ ਨਹੀਂ, ਸਾਈਲੇਜ ਪਾ ਲਓ ਤੇ ਸਿੱਟ ਦੋ ਤੇ ਪਾਣੀ ਦੀਆਂ ਖੁਰਲੀਆਂ ਬਣਾ ਲੈਣੀਆਂ ਆ ਤੇ ਲੂਣ ਦੇ ਡਲੇ ਛੱਡ ਲੈਣੇ, ਕੰਮ ਹੀ ਮੁੱਕ ਜਾਂਦਾ, ਗੋਹਾ ਚੁੱਕਣ ਦਾ ਰਹਿ ਜਾਂਦਾ। ਲੇਕਿਨ ਮੈਂ ਹਿਸਾਬ ਲਾਇਆ ਕੋਈ ਏਡਾ ਸੌਖਾ ਕੰਮ ਨਹੀਂ ਹੈਗਾ ਇਹ। नहीं जी ਇਹਦੇ ਪ੍ਰੋਪਰ ਤਰੀਕੇ ਨਾਲ ਸਾਰਾ ਹੀ ਕੰਮ ਕਰਨਾ ਪੈਂਦਾ, ਸੈਲੇਜ ਵੀ ਪਾਉਣਾ ਪੈਂਦਾ, ਅੱਛਾ ਜੀ। ਨਮਕ ਬਾਕੀ ਹਰ ਚੀਜ਼ ਜਿਹੜੀ ਆ ਉਹ ਪ੍ਰੋਪਰ ਤਰੀਕੇ ਨਾਲ ਕਰਨੀ ਪੈਂਦੀ ਹੈ। ਅੱਛਾ ਜੀ ਇਹ ਨਹੀਂ ਕਿ ਇਹਨੂੰ ਸੈਲੇਜ ਬਣਾ ਲਓ ਤੇ ਸਿੱਟ ਦਿਓ ਤੇ ਤਾਲਾ ਲਾ ਕੇ ਚਲੇ ਜਾਓ। ਜੀ। ਇਹਦੀ ਦੇਖਭਾਲ ਜਿਹੜੀ ਆਪਣੇ ਬੱਚਿਆਂ ਤਰ੍ਹਾਂ ਕਰਨੀ ਪੈਂਦੀ ਹੈ। ਅੱਛਾ ਜੀ। ਫਿਰ ਇਹਦੇ ਚੋਂ ਪ੍ਰੋਫਿਟ ਆ, ਅਗਰ ਅਸੀਂ ਨਹੀਂ ਕਰਾਂਗੇ ਜੀ। ਤਾਂ ਕੋਈ ਸ਼ੈ ਨਹੀਂ। ਹਾਜੀ ਸਾਹਿਬ ਪਹਿਲਾਂ ਤੁਸੀਂ ਇਹ ਦੱਸੋ, ਇਹ ਤੁਸੀਂ ਕਿੰਨਾ ਏਰੀਆ ਤੁਹਾਡੀ ਚਾਰ ਦੀਵਾਰੀ ਦੇ ਅੰਦਰ ਕਿੰਨੇ ਏਕੜ ਆ ਜੀ? ਜੀ ਮੈਂ 2 ਏਕੜ 'ਚ ਬਣਾਇਆ ਜੀ। ਇਹ 2 ਏਕੜ ਦੇ ਵਿੱਚ ਬਣਾਇਆ ਆ। ਇਹ ਜਿਹੜਾ ਡੇਅਰੀ ਫਾਰਮ ਆ ਤੁਹਾਡਾ, ਇਹਦੇ 'ਚ ਛੱਤਿਆ ਏਰੀਆ ਤਕਰੀਬਨ ਕਿੰਨਾ ਕੁ ਆ ਜੀ? ਇਹ ਛੱਤਿਆ ਏਰੀਆ ਜਿਹੜਾ ਹੈ ਜੀ 1 ਏਕੜ। 1 ਏਕੜ ਛੱਤਿਆ, 1 ਏਕੜ ਜਿਹੜਾ ਹਾਤਾ ਛੱਡਿਆ ਆ ਉਹਦੇ 'ਚ ਦੂਸਰਾ ਸ਼ੈੱਡ ਬਣਾਉਣਾ। ਦੂਸਰਾ ਸ਼ੈੱਡ ਬਣਾਉਣਾ। ਇਸ ਵੇਲੇ ਡੰਗਰਾਂ ਦਾ ਢੇਰ ਵੀ ਪਿਆ, ਉਹ ਪਰੇ ਨਜ਼ਰ ਆ ਰਿਹਾ ਮੇਰੇ ਖਿਆਲ ਟਰਾਲਾ ਖੜਾ, ਉੱਥੇ ਉਹ ਵੀ ਕੋਈ ਚੀਜ਼ ਬਣਾਈ ਹੋਏਗੀ। ਉੱਥੇ ਅਸੀਂ ਸਾਈਲੇਜ ਬਣਾਉਂਦੇ ਹਾਂ। ਉੱਥੇ ਸਾਈਲੇਜ ਬਣਾਉਂਦੇ ਜੀ, ਉਹ ਵੀ ਦੇਖਦੇ ਆ। ਇਸ ਵੇਲੇ ਆ ਟੋਕਾ ਪੱਠੇ ਕੁਤਰਨ ਵਾਸਤੇ ਇਹ ਪੱਠੇ ਕੁਤਰਨ। ਇਹ ਇੱਕੋ ਹੀ ਟੋਕਾ ਹੈ? 2 ਟੋਕੇ ਲੱਗੇ ਜੀ, ਇੱਕ ਇੱਧਰ ਲੱਗਾ ਇੱਕ ਉਸ ਸਾਈਡ ਤੇ ਦੋਨਾਂ ਸਾਈਡਾਂ ਤੇ ਇਹ ਤੁਸੀਂ ਟੋਕੇ ਲਾਏ, ਬਿਜਲੀ ਤੇ ਆ ਜੀ? ਜੀ ਬਿਜਲੀ ਤੇ ਜੇ ਬਿਜਲੀ ਨਾ ਆਵੇ ਪਾਕਿਸਤਾਨ ਦੇ ਵਿੱਚ ਤਾਂ ਸਾਰੇ ਕੰਮ ਹੋ ਜਾਂਦੇ ਆ। ਨਾ ਆਵੇ ਤੇ ਬੈਠੇ ਇੰਤਜ਼ਾਰ ਕਰਦੇ ਰਹੇ। ਅੱਛਾ ਜੀ, ਮਤਲਬ ਆਪਣਾ ਅਹਤਿਆਤੀ ਤੌਰ ਤੇ ਤੁਸੀਂ ਬੰਦੋਬਸਤ ਪਹਿਲੇ ਹੀ ਰੱਖਦੇ ਹੋਵੋਗੇ ਨਾ ਜੀ। ਠੀਕ ਹੈ ਜੀ। ਤੇ ਹੁਣ ਤੁਸੀਂ ਇਹ ਦੱਸੋ ਤੁਸੀਂ ਕਿੰਨੇ ਡੰਗਰ ਰੱਖੇ? ਮੱਝਾਂ ਕਿੰਨੀਆਂ ਤੇ ਗਾਵਾਂ ਕਿੰਨੀਆਂ? ਮੇਰੇ ਕੋਲ ਤਕਰੀਬਨ 100 ਡੰਗਰ ਆ ਹਾਂਜੀ। ਜਿਹਦੇ ਚੋਂ 45 ਮੱਝਾਂ ਜੀ ਅੱਛਾ ਜੀ। ਤੇ 55 ਗਾਵਾਂ ਜੀ। ਹਾਜੀ ਸਾਹਿਬ ਉਮੂਮਨ ਮੈਂ ਦੇਖਿਆ ਜਾਂ ਮੱਝਾਂ ਦਾ ਫਾਰਮ ਹੁੰਦਾ ਜਾਂ ਗਾਵਾਂ ਦਾ, ਤੁਸੀਂ ਦੋਨੇ ਹੀ ਰੱਖੇ ਆ। ਇਹਦੇ 'ਚ ਇਹ ਹੁੰਦਾ ਜੀ ਕਿ ਆਊਟ ਸੀਜ਼ਨ ਦੁੱਧ ਨਹੀਂ ਖਤਮ ਹੁੰਦਾ। ਅੱਛਾ ਜੀ। ਸੀਜ਼ਨ ਆਊਟ ਸੀਜ਼ਨ ਤੇ ਗਾਵਾਂ ਦਾ ਹੈ ਨਹੀਂ, ਗਾਵਾਂ ਦਾ ਹੈ ਤੇ ਮੱਝਾਂ ਦਾ ਹੈ ਨਹੀਂ, ਯਾਨੀ ਪੂਰਾ ਸਾਲ ਜਿਹੜਾ ਨਾ ਜੀ ਉਹ ਚੱਲਦਾ ਰਹਿੰਦਾ। ਮੱਝਾਂ ਦਾ ਸਾਨ ਰੱਖਿਆ ਹੈ ਤੁਸੀਂ? ਮੱਝਾਂ ਦਾ ਸਾਹ ਰੱਖਿਆ ਜੀ। ਤੇ ਗਾਈਆਂ? ਗਾਈਆਂ ਅਸੀਂ ਜਿਹੜੀਆਂ ਡਾਕਟਰ ਕੋਲ ਡਾਕਟਰ ਦੇ ਕੋਲੋਂ ਇਹਦੀ ਕਰਾਉਂਦੇ ਤੁਸੀਂ? ਠੀਕ ਹੈ, ਇਹ ਠੀਕ ਹੋ ਗਿਆ ਜੀ। ਤੇ ਦੁੱਧ ਇੱਥੇ ਸਹੀ ਵਿਕ ਜਾਂਦਾ? ਦੁੱਧ ਜੀ ਅਸੀਂ ਰੇਟ ਨਹੀਂ ਮਿਲਦਾ ਜਿਹੜਾ ਰੇਟ ਮਿਲਣਾ ਚਾਹੀਦਾ। ਪਹਿਲੇ ਕੰਪਨੀ ਸਾਡੇ ਕੋਲ ਲੈਂਦੀ ਸੀ, ਨੈਸਲੇ ਨੂੰ ਵੀ ਦਿੱਤਾ, ਐਂਗਰੋ ਨੂੰ ਵੀ ਦਿੱਤਾ, ਤਕਰੀਬਨ 42 ਰੁਪਏ 38 ਰੁਪਏ 40 ਰੁਪਏ ਲੀਟਰ ਲੈਂਦੇ। ਹੁਣ ਕਿਹੜੀ ਕੰਪਨੀ ਨੂੰ ਦੇ ਰਹੇ ਆ? ਹੁਣ ਅਸੀਂ ਇੱਕ ਦੋਜੀ ਨੂੰ ਦਿੰਦੇ ਹਾਂ ਜੀ। ਕੰਪਨੀਆਂ ਕਿਉਂ ਛੱਡੀਆਂ? ਕੰਪਨੀ ਜਿਹੜੀ ਆ ਜੀ ਇਹ ਸਵੇਰੇ ਇਹਨਾਂ ਦਾ ਰੇਟ 50 ਰੁਪਏ ਹੁੰਦਾ ਤੇ ਜਦੋਂ ਪਰਚੀ ਘੱਲਦੇ ਉਦੋਂ 35 ਰੁਪਏ ਹੁੰਦਾ। ਯਕਦਮ ਰੇਟ ਛੱਡ ਦਿੰਦੇ ਆ ਬਗੈਰ ਦੱਸਿਆ ਪੁੱਛਿਆ ਆਪਣੀ ਮਰਜ਼ੀ। ਆਪਣੀ ਮਰਜ਼ੀ ਦਫ਼ਤਰ 'ਚ ਬਹਿਣਾ, ਉੱਥੇ ਬਹਿ ਕੇ ਰੇਟ ਛੱਡ ਦੇਣਾ। ਤੇ ਦੋਧੀ ਤਾਂ ਤੰਗ ਨਹੀਂ ਕਰਦਾ? ਦੋਜੀ ਜੀ ਇਹਨੇ ਆਪਣੇ ਹੋਟਲ ਆਏ ਇੱਥੇ ਸ਼ਹਿਰ 'ਚ ਚਾਹ ਵਾਸਤੇ। ਠੀਕ ਹੈ ਜੀ। ਤੇ ਸਾਡੇ ਕੋਲ ਸਵੇਰ ਦਾ ਵੀ ਲੈ ਜਾਂਦਾ ਆਸਾਨੀ ਨਾਲ, ਰਾਤ ਦਾ ਵੀ ਲੈ ਚਲੋ ਜੀ, ਅੱਲਾ ਉਹਦੇ ਕਾਰੋਬਾਰ ਦੇ ਵਿੱਚ ਵੀ ਬਰਕਤ ਪਾਏ, ਇੱਕ ਨਵਾਂ ਕੰਮ ਚੱਲ ਗਿਆ। ਆ ਜਾਓ ਤਾਂ ਤੁਹਾਡੇ ਜ਼ਰਾ ਡੰਗਰ ਦੇਖੀਏ। ਹਾਜੀ ਸਾਹਿਬ ਨੇ ਜੀ ਬਹੁਤ ਅੱਛਾ ਮੇਨਟੇਨ ਕੀਤਾ ਆ। ਛੱਤ ਤੇ ਬਿਲਕੁਲ ਇਸ ਤਰ੍ਹਾਂ ਬਣਾਈ ਆ ਜਿਸ ਤਰ੍ਹਾਂ ਘਰਾਂ ਦੀਆਂ ਛੱਤਾਂ, ਗਾਡਰ ਆ, TR ਆ। ਬਹੁਤ ਘੱਟ ਫਾਰਮਰਾਂ ਦੇ ਹੁੰਦੇ ਆ। ਬਾਰਿਸ਼ ਪੈ ਕੇ ਹਟੀ ਆ, ਇਸ ਵਾਸਤੇ ਇਸ ਵੇਲੇ ਪਾਣੀ ਵੀ ਆ, ਗੋਬਰ ਸੀ ਤੇ ਵਿੱਚ ਗਾਬ ਵੀ ਬਣ ਗਈ ਆ। ਸਾਡਾ ਪਾਣੀ ਦਾ ਇੰਤਜ਼ਾਮ ਆ, ਪਾਈਪ ਲੱਗੇ ਆ। ਕਿਹੜੇ ਪਾਈਪ ਜੀ? ਆ ਜਿਹੜੇ ਉੱਪਰ ਲੱਗੇ ਪਾਣੀ ਦੇ ਆ ਜਿਹੜੇ ਜੀ ਪਾਣੀ ਨਜ਼ਰ ਆ ਰਹੇ ਆ ਨਾ ਜੀ, ਇਹ ਪਾਣੀ ਹੈ। ਇਹ ਪਾਣੀ ਕਿੱਥੇ ਜਾਂਦਾ ਹਾਜੀ ਸਾਹਿਬ? ਇਹ ਪਾਣੀ ਜਾਂ ਟੈਂਕੀਆਂ ਜਾਂਦਾ ਜਾਨਵਰਾਂ ਨੂੰ। ਅੱਛਾ, ਉੱਪਰ ਟੈਂਕੀ ਬਣਾਈ ਆ ਕੋਈ? ਇੱਕ ਮਿੰਟ ਜੀ। ਪੰਪ ਲੱਗਾ, ਉਹ ਪੰਪ ਚਲਾਈਦਾ। ਅੱਛਾ ਜੀ। ਪਾਣੀ ਜਿਹੜਾ ਜੀ ਆਉਂਦਾ ਹੈ ਇਹ ਵਾਲ ਆ ਜੀ। ਇੱਥੋਂ ਖੋਲ ਦੇਣਾ, ਉੱਥੇ ਪਾਣੀ ਤੇ ਜਦੋਂ ਭਰ ਹੁਣ ਮੋਟਰ ਨਹੀਂ ਚੱਲਦੀ। ਕੋਈ ਗੱਲ ਨਹੀਂ ਜੀ। ਉਹ ਖੁਰਲੀ ਨਜ਼ਰ ਆ ਰਹੀ ਆ ਜੀ, ਉਹ ਖੁਰਲੀ ਪਾਣੀ ਦੀ ਭਰੀ ਆ ਲਬਾ ਲਬ। ਤੇ ਇਹ ਉਹ ਪਾਣੀ ਛੱਡਿਆ ਤੁਸੀਂ, ਉਹ ਪਾਣੀ ਜਾਣ ਲੱਗ ਪਿਆ ਜੀ। ਸ਼ਾਇਦ ਕੈਮਰੇ 'ਚ ਆ ਰਿਹਾ ਕਿ ਨਹੀਂ, ਇੱਕ ਮਿੰਟ ਮੈਂ ਦੇਖਾਂ। ਹਾਂਜੀ ਆ ਰਿਹਾ ਜੀ, ਥੋੜ੍ਹਾ ਥੋੜ੍ਹਾ ਠੀਕ ਹੋ ਗਿਆ ਹਾਜੀ ਸਾਹਿਬ। ਬੰਦ ਕਰ ਦਿਓ ਬੇਸ਼ੱਕ, ਖੁਰਲੀ ਪਹਿਲੇ ਹੀ ਭਰੀ ਹੈ।
ਇਹ ਪਾਣੀ ਤੁਸੀਂ 24 ਘੰਟੇ ਰੱਖਦੇ ਆ? ਜੀ ਇਹ 24 ਘੰਟੇ ਮੌਜੂਦ ਰੱਖਦੇ ਹਾਂ। ਇਹ ਤੁਸੀਂ ਮੱਝਾਂ ਤੇ ਗਾਵਾਂ ਵਿੱਚ ਹੀ ਬਾੜੀਆਂ ਇੱਕੋ ਹੀ ਸ਼ੈੱਡ 'ਚ? ਇੱਕ ਮੱਝ ਜਿਹੜੀ ਨਾ ਜੀ ਇਹਨੂੰ ਇੱਧਰਲੀਆਂ ਮੱਝਾਂ ਮਾਰਦੀਆਂ, ਇਹ ਨਵੀਂ ਲਿਆਂਦੀ ਜੀ। ਇਹ ਨਵੀਂ ਲਿਆਂਦੀ ਆ ਤੇ ਇਸ ਵਾਸਤੇ 2-4 ਦਿਨ ਇੱਧਰ ਕੀਤੀ ਗਾਂ ਹੀ ਜਾਨਵਰ ਭਲਾ ਮਾਨਸਾ ਤੁਸੀਂ ਇਹਨਾਂ ਦੇ। ਇਹਨਾਂ ਦੀ ਸ਼ਰਾਫਤ ਤੋਂ ਫਾਇਦਾ। ਹਾਂਜੀ ਠੀਕ ਹੋ ਗਿਆ। ਅੱਛਾ ਇਹ ਗਾਈਆਂ ਦੇ ਕੰਨਾਂ ਨੂੰ ਕੀ ਲਾਏ ਟੈਗ ਜੇ? ਇਹ ਕੰਨਾਂ ਨੂੰ ਟੈਗ ਲਾਈਦਾ ਜੀ, ਜਿਹਦੇ 'ਚ ਟੀਕਾ ਰਖਾਈਦਾ ਨਾ, ਜਿਹੜੀ ਨਸਲ ਦਾ ਹੋਵੇ ਫਿਰ ਉਹਦਾ ਟੈਗ ਲਾਈਦਾ ਕਿ ਇਸ ਨਸਲ ਦਾ ਟੀਕਾ ਇਹਦੇ 'ਚ ਰਖਾਈਦਾ। ਇਹ ਟੈਗ ਤੁਸੀਂ ਵੀ ਪੜ੍ਹ ਲੈਂਦੇ ਜੇ ਡਾਕਟਰ ਹੀ ਪੜ੍ਹਦਾ ਆ ਕੇ? ਇਹ ਜੀ ਪੜ੍ਹ ਲਈਦੇ ਆ ਜੀ। ਅੱਛਾ ਜੀ, ਇਹ ਵੀ ਪੜ੍ਹ ਲੈਂਦੇ ਆ। ਤੇ ਟੀਕਾ ਤੁਸੀਂ ਪ੍ਰਾਈਵੇਟ ਲਵਾਉਂਦੇ ਆ ਜਾਂ ਡਾਕਟਰ ਜਿਹੜੇ ਹੈਗੇ ਆ ਸਰਕਾਰੀ ਉਹਨਾਂ ਤੋਂ ਲਵਾਉਂਦੇ ਆ? ਇਹ ਪ੍ਰਾਈਵੇਟ ਤੋਂ ਰਖਾਈਦਾ, ਜਿਹੜੀ ਸਰਕਾਰੀ ਆ ਉਹਨਾਂ ਦੇ ਬੱਚੇ ਅੱਛੇ ਨਹੀਂ ਆਉਂਦੇ। ਸਰਕਾਰੀਆਂ ਦਾ ਜਿਹੜਾ ਰਿਜ਼ਲਟ ਅੱਛਾ ਨਹੀਂ ਆਉਂਦਾ? ਨਹੀਂ ਆਉਂਦਾ। ਅਗਰ ਉਹਨਾਂ ਨੂੰ ਕਹੀਦਾ ਤਾਂ ਉਹ ਕਹਿੰਦੇ ਜੀ ਜਿਹੜੇ ਗਵਰਨਮੈਂਟ ਦਿੰਦੀ ਹੈ ਅਸੀਂ ਤਾਂ ਉਹ ਹੀ ਲਾਉਣੇ। ਇਲਜ਼ਾਮ ਗਵਰਨਮੈਂਟ ਤੇ ਲਾ ਦੇਣਾ, ਅਸਲ ਦੇ ਵਿੱਚ ਅੱਛਾ ਬੀ ਉਹ ਵੇਚ ਲੈਂਦੇ ਆ ਲੋਕ। ਬਸ ਅੱਲਾਹ ਤਾਲਾ ਹੀ ਹਦਾਇਤ ਦੇਵੇ ਜੀ। ਹਾਂਜੀ, ਹਾਲਾਂਕਿ ਲਾਈਫ ਸਟਾਕ ਦਾ ਜਿਹੜਾ ਮਿਨਿਸਟਰ ਹੈ ਬਹੁਤ ਅੱਛਾ ਔਰ ਸੈਕਟਰੀ ਵੀ ਬਹੁਤ ਅੱਛਾ ਹੈ। ਅੱਲਾਹ ਕਰੇ ਅਸੀਂ ਸਾਰੇ ਅੱਛੇ ਹੋ ਜਾਈਏ। ਫਾਰਮਾਂ ਨੂੰ ਦਵਾਈਆਂ ਮੁਫਤ ਦਿੰਦੇ ਆ। ਅੱਛਾ, ਡਾਕਟਰ ਆਉਂਦੇ ਆ, ਦਵਾਈਆਂ ਮੁਫਤ ਦਿੰਦੇ ਆ ਹਰ ਸ਼ੈ ਕਰਦੇ ਆ ਜੀ ਉਹ। ਤੇ ਡਾਕਟਰ ਵੀ ਵਿਜ਼ਿਟ ਕਰਦੇ ਰਹਿੰਦੇ? ਡਾਕਟਰ ਵੀ ਉਹਨਾਂ ਦੇ ਵਿਜ਼ਿਟ ਕਰਦੇ ਆ। ਕੋਈ ਬਿਮਾਰੀ ਸ਼ਮਾਰੀ ਹੁੰਦੀ ਆ ਡਾਕਟਰ ਉਹਨਾਂ ਦੇ ਸੱਦੀਦੇ ਆ ਜੀ। ਠੀਕ ਹੋ ਗਿਆ। ਬਹੁਤ ਅੱਛੇ ਤਰੀਕੇ ਨਾਲ ਚੱਲਦੇ ਆ। ਇਹ ਤੁਹਾਡੀਆਂ ਮੱਝਾਂ ਜੀ? ਹਾਂਜੀ। ਮੱਝਾਂ ਦਾ ਜਿਹੜਾ ਹੈ ਇਹ ਮੱਝਾਂ ਕਿਹੜੀ ਨਸਲ ਦੀਆਂ ਹੈ? ਇਹ ਜੀ ਜ਼ਿਆਦਾ ਨੀਲੀ ਰਾਵੀ ਹੈ ਜੀ। ਨੀਲੀ ਰਾਵੀ ਹੈ। ਇਹ ਕਿੰਨਾ ਕੁ ਦੁੱਧ ਦਿੰਦੀ ਹੈ ਇੱਕ ਮੱਝ ਜਿਹੜੀ ਹੈ ਜੀ? ਮੱਝ ਜਿਹੜੀ ਜੀ 8-9 ਲੀਟਰ ਜਿਹੜਾ ਨਾ ਜੀ ਉਹ ਆਸਾਨੀ ਨਾਲ ਦੇ ਦਿੰਦੀ ਹੈ। ਇੱਕ ਟਾਈਮ ਦਾ ਕਿ ਦੋਵਾਂ ਦਾ? ਇੱਕ ਟਾਈਮ ਦਾ ਜੀ। ਇੱਕ ਟਾਈਮ ਦਾ ਮਾਸ਼ਾਅੱਲਾ ਬੜਾ। 8-9 ਦੂਣੀ 18 ਤੇ 8 ਦੂਣੀ 16 ਬੜਾ ਦੁੱਧ ਹੈ ਜੀ ਮੱਝ ਦਾ। ਤੇ ਚੋਨੇ ਆਪ ਬੰਦੇ ਚੋਆਉਂਦੇ ਆ ਜਾਂ ਮਸ਼ੀਨਾਂ ਹੈ? ਨਹੀਂ ਜੀ ਬੰਦੇ ਚਾਹੁੰਦੇ ਨੇ। ਅੱਛਾ, ਕਿੰਨੇ ਬੰਦੇ ਰੱਖੇ ਇਸ ਕੰਮ ਲਈ? ਬੰਦੇ ਮੇਰੇ ਕੋਲ ਇੱਥੇ 5 ਆ ਜੀ ਨਾਲ। ਤੇ ਇਹ ਜਿਹੜੀ ਆ ਚੁਆਈ ਕਿੰਨੀਆਂ ਡੰਗਰਾਂ ਦੀ ਹੁੰਦੀ ਹੈ ਡੇਲੀ? ਇਹ ਡੰਗਰ ਜ਼ਿਆਦਾ ਜਿਹੜੇ ਹੁਣ ਸੂਣ ਵਾਲੇ ਜਿਵੇਂ 5 ਮੇਰਾ ਖਿਆਲ 10 ਕੁ ਡੰਗਰ ਜਿਹੜੇ ਦੁੱਧ ਦਿੰਦੇ ਆ। 10 ਡੰਗਰ ਦੁੱਧ ਦਿੰਦੇ, ਜ਼ਿਆਦਾ ਸੂਣ ਵਾਲੇ ਆ। ਹਾਂਜੀ, ਲੇਕਿਨ ਦੁੱਧ ਜਾਰੀ ਰਹਿੰਦਾ ਜੀ? ਜਾਰੀ ਰਹਿੰਦਾ ਜੀ। ਠੀਕ ਹੈ ਜੀ। ਤੇ ਹਾਜੀ ਸਾਹਿਬ ਤੁਸੀਂ ਜਿਹੜੇ ਹੁੰਦੇ ਆ ਕੱਟੂ ਬੱਛੂ ਉਹਨਾਂ ਦਾ ਕੀ ਕਰਦੇ ਆ? ਕੱਟੇ ਬੱਚੇ ਜੀ ਅਸੀਂ ਪਾਲਦੇ ਆ। ਜਦੋਂ ਇਸ ਕਾਬਲ ਹੋ ਜਾਂਦੇ ਆ ਗੋਸ਼ਤ ਦੇ ਕਾਬਲ, ਤੇ ਫਿਰ ਅਸੀਂ ਉਹਨਾਂ ਨੂੰ ਸੁਰੱਖਿਅਤ ਕਰਦੇ। ਵੈਰੀ ਗੁੱਡ। ਨਹੀਂ ਅਮੂਮਨ ਇਹ ਦੇਖਿਆ ਗਿਆ ਫਾਰਮਰਾਂ ਵਾਲੇ ਇੱਕ ਦਿਨ ਦਾ ਹੀ ਜਿਹੜਾ ਮਗਰੋਂ ਲਾਹੁੰਦੇ ਆ। ਹਾਜੀ ਸਾਹਿਬ ਇਹ ਤਾਂ ਤੁਸੀਂ ਨੇਕੀ ਖੱਟਦੇ ਕਿ ਉਹਨਾਂ ਨੂੰ ਪਾਲ ਕੇ ਦੇਣ। ਮੁਲਕ ਪਾਕਿਸਤਾਨ ਨੂੰ ਕੱਲੇ ਦੁੱਧ ਦੀ ਨਹੀਂ ਗੋਸ਼ਤ ਦੀ ਵੀ ਜ਼ਰੂਰਤ ਹੈ। ਵੈਰੀ ਗੁੱਡ ਜੀ। ਅੱਛਾ ਜੀ। ਤੇ ਅਸੀਂ ਅਗਰ ਆਪਣਾ ਗੋਸ਼ਤ ਪੈਦਾ ਕਰਾਂਗੇ, ਹਾਂਜੀ, ਕਿਸਾਨ ਵੀ ਖੁਸ਼ਹਾਲ ਤੇ ਪਾਕਿਸਤਾਨ ਵੀ ਖੁਸ਼ਹਾਲ। ਅੱਛਾ ਜੀ। ਤੇ ਤੁਸੀਂ ਨਾਲ ਮਤਲਬ ਗੋਸ਼ਤ ਵਾਲਾ ਮਾਲ ਵੀ ਰੱਖਦੇ ਆ? ਹਾਂਜੀ, ਗੋਸ਼ਤ ਵਾਲਾ ਵੀ ਰੱਖਦੇ। ਤੇ ਮੱਝਾਂ ਦੀ ਵੀ ਖਰੀਦੋ ਫਰੋਖਤ ਕਰ ਲੈਂਦੇ ਆ? ਕਰ ਲੈਂਦੇ ਆ ਜੀ। ਕੋਈ ਅੱਛੀ ਮਿਲੇ ਲੈ ਲਈਦੀ ਹੈ। ਹਾਂਜੀ, ਕੋਈ ਦੇਣੀ ਹੋਵੇ ਦੇ ਵੀ ਲੈਂਦੇ? ਦੇਣੀ ਹੁੰਦੀ ਤੇ ਦੇ ਵੀ ਦੇ। ਅਮੂਮਨ ਮੱਝਾਂ ਕਿਹੜੀ ਮੰਡੀ ਤੋਂ ਲੈਂਦੇ ਆ? ਅਸੀਂ ਜ਼ਿਆਦਾ ਪਹਿਲੇ ਜਦੋਂ ਮੈਂ ਨਵਾਂ ਬਣਾਇਆ ਜੀ, ਮੈਂ ਆਰਫ ਵਾਲੇ ਮੰਡੀ ਤੋਂ ਲਈਆਂ। ਅੱਛਾ ਜੀ। ਹੁਣ ਇਸ ਤਰ੍ਹਾਂ ਹੀ ਕਿਤੇ ਪਤਾ ਲੱਗਦਾ ਕੋਈ ਆਦਮੀ ਅੱਛੀ ਗਾਂ ਜਾਂ ਮੱਝ ਫਰੋਖਤ ਕਰਦਾ ਤਾਂ ਉਹ ਦੇਖ ਲਈਦੀ ਹੈ, ਮੰਡੀ ਕੱਟ ਜਾਈਦਾ। ਹਾਜੀ ਸਾਹਿਬ ਕਿੰਨੀਆਂ ਮੱਝਾਂ ਤੋਂ ਤੁਸੀਂ ਸ਼ੁਰੂ ਕੀਤਾ ਸੀ? ਜੀ ਮੈਂ ਇਹ ਬਿਲਕੁਲ ਨਵਾਂ ਬਣਾਇਆ ਸੀ। ਹਾਂਜੀ। ਮੇਰੇ ਕੋਲ ਉਸ ਟਾਈਮ ਕੋਈ ਸ਼ੈ ਨਹੀਂ। ਜਦੋਂ ਮੈਂ ਇੱਕ ਮਿੰਟ ਹਾਜੀ ਸਾਹਿਬ। ਅੱਛਾ ਜੀ, ਤੁਸੀਂ ਜਦੋਂ ਨਵਾਂ ਬਣਾਇਆ ਕਿੰਨੇ ਡੰਗਰਾਂ ਤੋਂ ਸ਼ੁਰੂ ਕੀਤਾ ਸੀ? ਮੇਰੇ ਕੋਲ ਕੋਈ ਨਹੀਂ ਸੀ ਜੀ। ਮੈਂ ਨਵਾਂ ਬਣਾਇਆ। ਹਾਂਜੀ। ਜਦੋਂ ਇਹ ਕੰਪਲੀਟ ਕੀਤਾ ਫਿਰ ਮੈਂ ਡੰਗਰ ਲੈਣੇ ਸ਼ੁਰੂ ਕੀਤੇ ਆ। ਅੱਛਾ ਜੀ। ਫਿਰ ਕਦੇ 1 ਲੈ ਲਿਆ, ਕਦੇ 2 ਲੈ ਲਿਆ, ਕਦੇ 3 ਲੈ ਲਿਆ। ਫਿਰ 12 ਸਾਲ ਤੋਂ ਆਪਣੇ ਜਾਨਵਰ ਵੀ ਕਾਫੀ ਤਿਆਰ ਹੋਏ ਆ। ਮਤਲਬ ਹੁਣ ਤੁਹਾਡੇ ਕੋਲ 100 ਜਾਨਵਰ ਹੈ। ਤੁਸੀਂ ਪਹਿਲਾਂ ਸ਼ੁਰੂ ਦੇ ਵਿੱਚ ਕਦੀ 1 ਲੈ ਲਿਆ, 2, ਜਿਸ ਤਰ੍ਹਾਂ ਗੁੰਜਾਇਸ਼ ਬਣਦੀ। ਹਾਜੀ ਸਾਹਿਬ ਜਿਹੜੇ ਨਵੇਂ ਫਾਰਮਰ ਆ ਉਹਨਾਂ ਵਾਸਤੇ ਤੁਸੀਂ ਕੀ ਤਜਵੀਜ਼ ਦਿਓਗੇ? ਉਹਨਾਂ ਨੂੰ ਕਿਸ ਤਰ੍ਹਾਂ ਸ਼ੁਰੂ ਕਰਨ? ਕਿੰਨੇ ਡੰਗਰਾਂ ਤੋਂ ਸ਼ੁਰੂ ਕਰਨ? ਡੰਗਰ ਇੱਕ ਤੋਂ ਜੋ ਸ਼ੁਰੂ ਕਰਨ ਜੀ ਮੇਰੀ ਤਰ੍ਹਾਂ ਹੈ ਕਿ ਹਰ ਫਾਰਮਰ ਜਿਹੜਾ 1 ਡੰਗਰ ਤੋਂ ਸ਼ੁਰੂ ਕਰੇ ਜੀ, ਔਰ ਅੱਛਾ ਖੂਬਸੂਰਤ ਲਵੇ। ਜਿਹੜਾ ਦੂਸਰਾ ਲਵੇ ਉਹ ਪਹਿਲੇ ਨਾਲੋਂ ਖੂਬਸੂਰਤ ਹੋਵੇ। ਤੇ ਡੰਗਰ ਖੂਬਸੂਰਤ ਲਵੇ, ਥੋੜੇ ਲਵੇ। ਹਾਂ, ਉਹਦੀ ਕਾਮਯਾਬੀ ਹੈ ਜੀ। ਠੀਕ ਹੈ ਜੀ। ਅਗਰ ਇੱਕੋ ਵਾਰੀ ਕਹੇ ਜੀ ਮੈਂ ਉਸ ਮੰਡੀ 'ਚੋਂ ਟਰੱਕ ਭਰ ਲਾਂ, ਮੈਂ ਉਸ ਮੰਡੀ 'ਚੋਂ ਟਰੱਕ ਭਰ ਲਾਂ, ਤੇ ਇਹ ਫਾਰਮਰ ਦੀ ਨਾਕਾਮੀ ਹੈ। ਇਹ ਫਾਰਮਰ ਦੀ ਨਾਕਾਮੀ ਹੈ। ਫਾਰਮਰ ਇੱਕ ਜਾਨਵਰ ਲਿਆਵੇ ਜੀ, ਔਰ ਅੱਛਾ ਖੂਬਸੂਰਤ ਲਿਆਵੇ। ਉਸ ਤੋਂ ਬਾਅਦ ਦੂਸਰਾ ਲਵੇ ਉਹ ਪਹਿਲੇ ਤੋਂ ਜ਼ਿਆਦਾ ਖੂਬਸੂਰਤ ਹੋਵੇ। ਠੀਕ ਹੋ ਗਿਆ ਉਹਨੂੰ ਲੈਣ 'ਚ ਵੀ ਆਸਾਨੀ, ਜੀ। ਅਗਰ ਉਹਨੇ ਦੁਬਾਰਾ ਫਰੋਖਤ ਕਰਨਾ ਉਹਦੇ 'ਚ ਵੀ ਆਸਾਨੀ। ਜੀ, ਠੀਕ ਹੋ ਗਿਆ। ਜਿਹੜਾ ਨਵਾਂ ਫਾਰਮਰ ਹੁੰਦਾ ਨਾ ਜੀ, ਉਹ ਕਹਿੰਦਾ ਮੈਂ ਉੱਥੋਂ ਟਰੱਕ ਭਰ ਲਾਂ, ਮੈਂ ਉੱਥੋਂ ਭਰ ਲਾਂ, ਮੈਂ 6 ਦੀ ਤਾਦਾਦ ਪੂਰੀ ਕਰ ਲਾਂ। ਜੀ, ਤਾਦਾਦ ਮੇਰੇ ਖਿਆਲ 'ਚ ਨਹੀਂ ਪੂਰੀ ਕਰਨੀ ਚਾਹੀਦੀ। ਜਾਨਵਰ ਆਹਿਸਤਾ ਆਹਿਸਤਾ ਔਰ ਬਿਹਤਰ ਜਾਨਵਰ, ਅੱਛੇ ਜਾਨਵਰ ਲੈਣੇ ਚਾਹੀਦੇ। ਜੀ, ਠੀਕ ਹੋ ਗਿਆ। ਇੱਕ ਲਵੋ ਅੱਛਾ ਲਵੋ, ਫਿਰ ਦੂਸਰਾ ਲਵੋ ਅੱਛਾ ਹੋਵੇ, ਤੀਸਰਾ ਹੋਵੇ ਅੱਛਾ ਹੋਵੇ। ਇਹਦੇ 'ਚ ਉਹਨੂੰ ਇਹ ਵੀ ਪਤਾ ਲੱਗੂ ਕਿ ਉਹ ਆਸਾਨੀ ਨਾਲ ਕਿੰਨੇ ਜਾਨਵਰ ਪਾਲ ਸਕਦਾ। ਜੀ, ਠੀਕ ਹੋ ਗਿਆ। ਉਹਦੇ ਕੋਲ ਪਿੱਛੇ ਮੁਲਾਜ਼ਮ ਨੇ ਜਾਂ ਚਾਰਾ ਨੇ, ਜਾਨਵਰ 100 ਲੈ ਆਉਂਦਾ, ਉਹ ਭੁੱਖ ਨਾਲ ਹੀ ਮਰਨੇ ਨੇ।
ਹੂੰ ਇੱਕ ਜਾਨਵਰ ਲਿਆਵੇ ਅੱਛਾ ਖੂਬਸੂਰਤ ਲਿਆਵੇ, ਉਹਦੀ ਕੇਅਰ ਕਰੇ, ਫਿਰ ਦੂਸਰਾ ਲਿਆਵੇ, ਭਾਵੇਂ ਉਹ 5000 ਜਾਨਵਰ ਰੱਖ ਲਵੇ, ਲੇਕਿਨ ਸ਼ੁਰੂ ਇੱਕ ਤੋਂ ਕਰੇ। ਅੱਛਾ, ਤੁਸੀਂ ਚਾਰਾ ਇਹਨਾਂ ਨੂੰ ਕੀ ਪਾਉਂਦੇ ਆ? ਚਾਰਾ ਇਹਨਾਂ ਨੂੰ ਜੀ ਮੈਂ ਜਵਾਰ ਵੀ ਪਾਉਣਾ, ਬਰਸੀਨ ਵੀ ਪਾਉਣਾ, ਹੂੰ ਜ਼ਿਆਦਾਤਰ ਮੈਂ ਸਾਈਲੇਜ ਬਣਾਉਣਾ ਜੀ। ਅਗਰ ਕੱਲਾ ਸਾਇਲਜ ਤੇ ਗੁਜ਼ਾਰਾ ਹੋ ਜਾਂਦਾ ਜਾਂ ਨਾਲ ਪੱਠੇ ਪਾਣੇ ਪੈਂਦੇ ਆ? ਨਹੀਂ, ਸਾਈਲੇਜ ਤੇ ਵੀ ਗੁਜ਼ਾਰਾ ਹੋ ਜਾਂਦਾ, ਲੇਕਿਨ ਉਹ ਜਿਵੇਂ ਆਪਾਂ ਖਾਣੇ ਨਾਲ ਸਲਾਦ ਖਾ ਲੈਂਦੇ ਆ, ਹਾਂਜੀ, ਇਦਾਂ ਕੋਈ ਹਰਾ ਚਾਰਾ ਇਹਨਾਂ ਨੂੰ ਪਾਇਆ ਜਾਵੇ ਤਾਂ ਖੁਸ਼ ਹੋ ਕੇ ਖਾਂਦੇ ਆ, ਖੁਸ਼ ਹੋ ਕੇ ਖਾਂਦੇ ਆ ਤੇ ਦੁੱਧ ਵੀ ਵਧਾਉਂਦੇ ਆ। ਦੁੱਧ ਵੀ ਵਧਾਉਂਦੇ ਆ ਜੀ। ਇਹ ਜਿਹੜਾ ਸਾਇਲਜ ਹੈ ਗੋਸ਼ਤ ਵਾਲੇ ਜਾਨਵਰਾਂ ਲਈ ਵੀ ਚੰਗਾ? ਗੋਸ਼ਤ ਵਾਲੇ ਜਾਨਵਰਾਂ ਲਈ ਵੀ ਚੰਗਾ ਜੀ। ਇਹਦੇ ਵਿੱਚ ਦਾਣਾ ਹੁੰਦਾ ਮਕਈ ਦਾ, ਅੱਛਾ ਜੀ, ਉਹ ਵੀ ਮੋਟੇ ਤਾਜ਼ੇ ਹੁੰਦੇ ਆ, ਗਰੋਥ ਕਰਦੇ ਆ। ਜੀ ਜਿਹੜੇ ਦੁੱਧ ਵਾਲੇ ਆ ਇਹ ਵੀ ਮੋਟੇ ਰਹਿੰਦੇ ਆ, ਗਰੋਥ ਕਰਦੇ ਆ, ਔਰ ਟਾਈਮ ਨਾਲ ਹੀਟ ਚ ਆਉਂਦੇ ਆ, ਟਾਈਮ ਨਾਲ ਨਵੇਂ ਹੁੰਦੇ ਆ, ਟਾਈਮ ਨਾਲ ਸੌਂਦੇ ਆ। ਅੱਛਾ ਜੀ। ਤੇ ਹਾਜੀ ਸਾਹਿਬ, ਇਹ ਜਿਹੜੇ ਡੰਗਰ ਆ ਇਹਨਾਂ ਦਾ ਇਲਾਜ ਮਾਲਜਾ ਤੁਸੀਂ ਕਰਾਣੇ, ਕੋਈ ਦੇਸੀ ਟੋਟਕੇ ਵੀ ਹੋਣਗੇ ਖਸੂਸਨ ਮੱਝਾਂ ਦੇ ਵਿੱਚ? ਮੈਨੂੰ ਤਾਂ ਕੋਈ ਵੀ ਜਾਨਵਰ, ਮੈਨੂੰ ਤਾਂ ਚੱਕ ਕੇ ਵੀ ਲੋਕ ਪੁੱਛਦੇ ਹੁੰਦੇ ਵੀ ਸਾਡਾ ਜਾਨਵਰ ਨੂੰ ਆਹ ਹੋ ਗਿਆ, ਮੈਂ ਤਾਂ ਆਪੇ ਕਰ ਲੈਣਾ, ਡਾਕਟਰ ਦੀ ਜ਼ਰੂਰਤ ਨਹੀਂ ਪੈਂਦੀ। ਅੱਜ ਕੱਲ ਜੀ ਬਿਮਾਰੀ ਇੱਕ ਆਉਂਦੀ ਚਿਚੜਾਂ ਦੀ, ਉਹਦਾ ਤੁਸੀਂ ਕੀ ਕਰਦੇ ਆ? ਚਿਚੜਾਂ ਵਾਸਤੇ ਜੀ ਇਹਦਾ ਟੀਕਾ ਵੀ ਮਿਲਦਾ ਹੈ, ਹਾਂਜੀ। ਉਹ ਵੀ ਲਾਉਨੇ, ਇੱਕ ਪਾਊਡਰ ਹੁੰਦਾ ਉਹ ਵੀ ਪਾਣੀ 'ਚ ਭੇਜ ਕੇ ਇਹਨਾਂ ਤੇ ਮਲੀਦਾ। ਉਹ ਕਿੰਨੇ ਦਿਨਾਂ ਬਾਅਦ ਮਲਦੇ ਆ? ਅਸੀਂ ਤਾਂ ਜੀ ਨਹੀਂ ਮਲਦੇ, ਵੈਸੇ ਤਾਂ ਇਹਨਾਂ ਨੂੰ ਦੇ ਦੇਣਾ ਨਾ ਤੇਲ ਕੁੱਸੂ ਦਾ। ਇਹ ਕੁੱਸੂ ਕੀ ਹੁੰਦਾ? ਕੁੱਸੂ ਆ ਹੁੰਦਾ ਜੀ ਬਰਸੀਨ ਦੀ ਸ਼ਕਲ 'ਚ ਹੁੰਦਾ, ਬਰੀਕ ਬਰੀਕ ਤੋਰੀਏ ਰੰਗਾ, ਹਾਂਜੀ। ਰੰਗਾ ਹੁੰਦਾ। ਉਹ ਤਾਰਾ ਮੀਰਾ ਤਾਂ ਤਾਰਾ ਨਹੀਂ? ਮੇਰਾ ਤਾਰੇ ਮੀਰੇ ਦਾ ਤੇਲ ਦਿੰਨੇ ਤੇਲ ਤੁਸੀਂ? ਦਿੰਨੇ ਆ, ਚਿੱਚੜ ਚੁੱਚੜ ਮਰ ਉਹ ਜਾਂਦੇ ਆ। ਕਿੰਨਾ ਦਿੰਨੇ, ਕਿੰਨੇ ਦਿਨਾਂ ਬਾਅਦ ਦਿੰਨੇ? ਤਕਰੀਬਨ ਅਸੀਂ ਅੱਧਾ ਕਿਲੋ ਇੱਕ ਜਾਨਵਰ ਨੂੰ ਦੇ ਦਿੰਦੇ ਆ। ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਇੱਕ ਸਿਰਿੰਜ ਹੁੰਦੀ ਆ, ਹਾਂਜੀ, 50 ਸੀਸੀ 60 ਸੀਸੀ, ਉਹ ਦੇ ਦਿੰਦੇ ਆ। ਉਹ ਲੰਮੇ ਮੂੰਹ ਵਾਲੀ ਜਿਹੜੀ ਹੈ? ਹਾਂਜੀ, ਉਹ ਲੰਮੇ ਮੂੰਹ ਵਾਲੀ ਦੇ ਦਿੱਤੀ ਆ। ਅੱਛਾ ਜੀ। ਉਹਦੇ ਨਾਲ ਚਿੱਚੜ ਇਹਨਾਂ ਦੇ ਖਤਮ, ਅੰਦਰ ਦੇ ਜੋ ਵੀ ਬਿਮਾਰੀ ਕੀੜਾ ਹੁੰਦਾ ਉਹ ਖਤਮ। ਕਿੰਨੇ ਦਿਨਾਂ ਬਾਅਦ ਦਿੰਨੇ ਜੀ? ਅਸੀਂ ਤਕਰੀਬਨ ਆਮ ਰੂਟੀਨ 'ਚ ਤਾਂ ਤੇਲ ਇਹਨਾਂ ਨੂੰ 15 ਦਿਨ ਦਿੰਦੇ ਰਹੀਦਾ। ਠੀਕ ਆ ਜੀ। ਜਿਹੜਾ ਇਹ ਚਿੱਚੜਾਂ ਵਾਲਾ ਹੈ ਤਕਰੀਬਨ 1.5 ਮਹੀਨੇ ਬਾਅਦ, 1.5 ਮਹੀਨੇ ਬਾਅਦ ਕੱਸੂ ਦਾ ਜਾਂ ਤਾਰੇ ਮੀਰੇ ਦਾ ਤੇਲ ਦੇ ਦਿੰਨੇ ਆ। ਅੱਛਾ, ਇੱਕ ਬਿਮਾਰੀ ਡੰਗਰਾਂ ਨੂੰ ਆਉਂਦੀ ਹੈ ਥਣ ਦੀ ਖਰਾਬੀ। ਥਣ ਦੀ ਖਰਾਬੀ ਵਾਸਤੇ ਜੀ ਮੈਂ ਕਦੇ ਵੀ ਡਾਕਟਰ ਨਹੀਂ ਸੱਦਿਆ, ਹਾਂਜੀ ਨਾ ਇਹ ਡਾਕਟਰੀ ਇਲਾਜ ਹੈਗਾ। ਹਾਂਜੀ ਮੈਂ ਤਾਂ ਜਾਤੀ ਇਹਨਾਂ ਦਾ ਇਲਾਜ ਹੁੰਦਾ ਉਹੋ ਹੀ ਕਰਦਾ। ਜੀ ਨਾਲ ਹੋਵੇ, ਨਾਲ ਜਿਹੜੀ ਉਹ ਵੀ ਥਣ ਚੋਂ ਖਤਮ ਹੋ ਜਾਂਦੀ ਹੈ। ਜੀ। ਸਾੜੂ ਹੋਵੇ ਉਹ ਵੀ ਖਤਮ ਹੋ ਜਾਂਦਾ। ਹਾਂਜੀ ਮੂੰਹ ਸੜੀ ਇੱਕ ਥਣ ਨੂੰ ਪੈਂਦੀ ਆ, ਹਾਂਜੀ, ਮੂੰਹ ਸੜੀ ਬਹੁਤ ਉਹ ਪੈਂਦੀ ਵੀ ਹੈ। ਖਤਮ ਹੋ ਜਾਂਦੀ ਹੈ। ਹਾਂਜੀ, ਬਸ ਆਪਦੇ ਹੁੰਦੇ ਆ ਟੋਟਕੇ, ਉਹ ਲਾ ਲਈਦੇ ਆ ਤੇ ਅੱਲਾ ਕੋਈ ਸ਼ੁਕਰ। ਟੋਟਕਾ ਦੱਸੋ ਜੇ ਕਿਸੇ ਦਾ ਵੀ ਭਲਾ ਹੋ ਜਾਏ। ਜਿਹੜੇ ਆ ਮੂੰਹ ਸੜੀ, ਇਹਦੇ ਵਾਸਤੇ ਜੀ ਅਸੀਂ ਲਾਲ ਮਿਰਚਾਂ ਜਿਹੜੀਆਂ ਨਾ ਜੀ ਹਾਂਜੀ ਤਕਰੀਬਨ ਪਾਈਆ, ਉਹ ਰਾਤੀ ਭੇਜ ਦੇਈਦੀਆਂ, ਹਾਂਜੀ ਸਵੇਰੇ ਕੁੱਟ ਕੇ ਹਾਂਜੀ। 2-3 ਡੰਗ ਇਹਨਾਂ ਨੂੰ ਦੇਈਦਾ ਜੀ, ਮੂੰਹ ਸੜੀ ਜਿਹੜੀ ਹੈ ਜੀ ਉਹ ਖਤਮ ਹੋ ਜਾਂਦੀ ਹੈ। ਲਾਲ ਮਿਰਚ ਪਾਈਆ ਰੋਜ਼ ਦੀ, ਕੋਈ 2-3 ਦਿਨ ਦੇਣੀ ਆ? 2-3 ਦਿਨ ਦੇਣੀ, ਮੂੰਹ ਸੜੀ ਖਤਮ ਹੋ ਉਹ ਜਾਂਦੀ ਹੈ। ਕੁੱਟ ਕੇ ਦੇ ਦੇਣੀ ਆ, ਵਿੱਚ ਹੋਰ ਸ਼ਾਇਦ ਤਾਂ ਨਹੀਂ ਕੋਈ ਮਿਲਾਣੀ? ਸ਼ੈ ਨਹੀਂ ਜੀ, ਉਹਨੂੰ ਰਗੜਨਾ ਹੈ ਕੁੰਡੀ ਦੇ ਵਿੱਚ, ਕੁੰਡੀ ਡੰਡੇ 'ਚ ਕੁੱਟਣੀ ਆ, ਅੱਛਾ ਜੀ, ਰਗੜਨਾ ਹੈ ਤੇ ਉਹ ਇਹਨੂੰ ਦੇ ਦੇਣੀ। ਠੀਕ ਹੈ ਜੀ। ਅੱਲਾ ਦੇ ਹੁਕਮ ਨਾਲ ਮੂੰਹ ਸੜੀ ਖਤਮ ਹੋ ਗਈ। ਹਾਂਜੀ ਸ਼ਰਤੀਆ ਹਾਲਾਤ, ਜਿਹੜਾ ਬੰਦਾ ਆਂਦਾ ਵੀ ਥਣ ਚੋਂ ਨਾੜ ਨਹੀਂ ਖਤਮ ਹੁੰਦੀ, ਹਾਂਜੀ ਉਹ ਸ਼ੀਸ਼ਾ ਨਮਕ ਲੈ ਆਵੇ ਜੀ, ਜੀ ਉਹਦੇ 'ਚ ਇੱਕ ਪਾਈਆ ਜਿਹੜਾ ਨਾ ਚਚੜ ਕੇ ਰਾਤ ਨੂੰ ਤਰੇਲ ਤੇ ਰੱਖ ਦੇਵੇ, ਜੀ। ਸਵੇਰੇ ਉਹਨੂੰ ਰਗੜ ਕੇ ਤੇ ਦੇ ਦੇਵੇ ਮੱਝ ਨੂੰ। ਇੱਕ ਪਾਈਆ ਸ਼ੀਸ਼ਾ ਲੂਣ? ਸ਼ੀਸ਼ਾ ਲੂਣ, ਹਾਂਜੀ ਉਹਨੂੰ ਚਚੜ ਕੇ ਬਾਹਰ ਰੱਖ ਦੇਵੇ ਜੀ ਤਰੇਲ ਤੇ, ਜੀ ਸਵੇਰੇ ਉਹਨੂੰ ਚੁੱਕ ਕੇ ਉਹਨੂੰ ਰਗੜ ਕੇ ਨਾ ਅੱਛੀ ਤਰ੍ਹਾਂ ਜੀ, ਹਾਂਜੀ। ਉਹ ਮੱਝ ਨੂੰ ਦੇ ਦੇਵੇ। ਜੀ ਅੱਲਾ ਦੇ ਹੁਕਮ ਨਾਲ 8-10 ਦਿਨਾਂ 'ਚ ਨਾੜ ਜਿਹੜੀ ਹੈ ਨਾ ਜੋ ਪਾਣੀ ਬਣ ਕੇ ਖੁਰ ਕੇ ਨਿਕਲਣੀ ਸ਼ੁਰੂ ਹੋ ਜਾਊਗੀ। ਇਹ ਲੂਣ ਕਿੰਨੇ ਦਿਨ ਦੇਣਾ? ਇਹ ਜਿੰਨੇ ਦਿਨ ਨਾਲ ਨਾ ਖਤਮ ਹੋ ਗਈ, ਨਾਲ ਦੀ ਨਵੀਅਤ ਹੁੰਦੀ ਆ, ਥੋੜੀ ਹੁੰਦੀ ਆ, 5-7 ਦਿਨ ਨਾਲ ਖਤਮ ਹੋ ਜਾਂਦੀ ਆ। ਠੀਕ ਹੈ। ਕੋਈ ਜ਼ਿਆਦਾ ਹੁੰਦੀ ਆ, 10 ਦਿਨ ਵੀ ਦੇਣਾ ਰੋਜ਼ ਦਾ ਪੈਂਦਾ। ਪਾਈਆ ਦੇਈ ਜਾਣਾ? ਰੋਜ਼ ਦਾ ਪਾਈਆ ਦਿੱਤੀ ਜਾਓ। ਉਹ ਇਹ ਅੱਲਾ ਚਚਰ ਦੇ- ਕੇ ਮਤਲਬ ਦਾਦੜ ਫਾਦੜ ਕਰਕੇ ਤਰੇਲ ਚ ਰੱਖ ਦੇਣਾ, ਤਰੇਲ 'ਚ ਰੱਖ ਸਵੇਰ ਨੂੰ ਉਹਨੂੰ ਐ ਰਗੜਨਾ, ਬਰੀਕ ਤਰੀਨ ਕਰਕੇ ਤੇ ਦੇ ਦੇਣਾ। ਡੰਗਰ ਨੂੰ ਦੇ ਦੇਣਾ। ਠੀਕ ਹੋ ਗਿਆ ਜੀ। ਤੇ ਅੱਲਾ ਦੇ ਹੁਕਮ ਨਾਲ 15-14 ਦਿਨਾਂ ਦੇ ਵਿੱਚ ਵਿੱਚ ਉਹਦੀ ਨਾੜ ਖਤਮ ਹੋ ਗਈ। ਹਾਂਜੀ ਜਦੋਂ ਇਹ ਖਤਮ ਹੋ ਜਾਵੇ, ਹਾਂਜੀ। ਉਸ ਤੋਂ ਬਾਅਦ ਉਹਨੂੰ ਅੱਧਾ ਕਿਲੋ ਹਾਂਜੀ। ਦੇਸੀ ਘਿਓ, ਜੀ ਪਾਈਆ ਕਾਲੀਆਂ ਮਿਰਚਾਂ, ਜੀ ਇਹ ਦੇ ਦਿਓ, ਦੁਬਾਰਾ ਨਾਲ ਨਹੀਂ ਆਉਂਦਾ। ਜੀ, ਬਹੁਤ ਸ਼ੁਕਰੀਆ ਹਾਜੀ ਸਾਹਿਬ, ਇਹ ਤੁਸੀਂ ਬਹੁਤ ਅੱਛੀ ਗੱਲ ਦੱਸੀ ਆ। ਇਹਦੇ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਆਉਂਦੀਆਂ? ਬਾਕੀ ਜੀ ਆ ਮੂੰਹ ਖੋਰ ਵੀ ਆ ਜਾਂਦੇ ਆ। ਹਾਂਜੀ ਮੂੰਹ ਖੋਰ ਲਈ ਅਸੀਂ ਜ਼ਿਆਦਾ ਮੱਛੀ ਨਹੀਂ ਆ ਵੇਚਦੇ ਹੁੰਦੇ ਰੇੜੀਆਂ ਤੇ, ਹਾਂਜੀ। ਉਹਨਾਂ ਕੋਲ ਲਿਆ ਕੇ ਉਹ ਕੰਡੇ ਕੁੰਡੇ ਵਿੱਚ ਛਿੜ ਦਿੰਦੇ ਆ। ਅੱਛਾ, ਮੱਛੀ ਦੇ ਕੰਡੇ ਸਿੱਟ ਦਿੰਦੇ ਆਹ ਆ? ਮੱਛੀ ਦੇ ਜਿਹੜੇ ਟੁਕੜੇ ਹੁੰਦੇ ਆ, ਹਾਂਜੀ। ਜਿਹੜੀ ਸਿਰੀ ਹੋ ਗਈ, ਕੁਛ ਉਹ ਹਾਂਜੀ, ਉਹਦੀ ਜਿਹੜੀ ਮੱਛੀ ਦੀ ਵੇਸਟੇਜ। ਅੱਛਾ ਜੀ। ਹਾਂਜੀ, ਉਹ ਲਿਆ ਕੇ ਛਿੜ ਦਿੰਦੇ ਆ। ਉਹਨੂੰ ਉਬਾਲ ਕੇ ਇਹਨਾਂ ਨੂੰ ਪਾਣੀ ਵੀ ਨਾਲ ਕਰ ਦੇ ਦਿੰਦਾ। ਅੱਛਾ ਜੀ, ਉਹਦੇ ਨਾਲ ਮੂੰਹ ਖੁਰ ਹਟ ਜਾਂਦਾ? ਉਹਨਾਂ ਮੂੰਹ ਖੁਰ ਆ ਜਾਂਦਾ। ਵਾਹ ਜੀ ਵਾਹ, ਇਸ ਤਰ੍ਹਾਂ ਫਿਰ ਤਾਂ ਗਲ ਘੋਟੂ ਦੀ ਇੱਕ ਬਿਮਾਰੀ ਜਿਹੜੇ ਬਹੁਤ। ਇੱਕ ਬਿਮਾਰ ਜਿਹੜੀਆਂ ਥਣਾਂ ਦੇ ਸਾੜੂ ਹੁੰਦੇ ਆ, ਹਾਂਜੀ ਇਹਨਾਂ ਵਾਸਤੇ ਉਹ ਹੁੰਦਾ ਠਿਕਰੀ, ਨਿਸ਼ਾਦਰ ਵਗੈਰਾ ਵਗੈਰਾ, 5-7 ਚੀਜ਼ਾਂ ਉਹ ਦੇ ਦਿਓ।
ਜੀ ਤੇ ਅੱਲਾ ਦੇ ਹੁਕਮ ਨਾਲ ਉਹ ਵੀ ਠੀਕ ਹੋ ਜਾਂਦਾ। ਮੈਂ ਬਹੁਤ ਘੱਟ ਯਾਨੀ ਕਿ 100 ਚੋਂ 1% ਡਾਕਟਰ ਨੂੰ ਸੱਦਿਆ, ਇਹਦੇ ਲਈ 99% ਮੈਂ ਆਪਣੇ ਆਪ ਇਲਾਜ ਕਰਦਾ ਹਾਂ। ਜੀ ਠੀਕ। ਉਸ ਤੋਂ ਬਾਅਦ ਗਾਉਂ ਦੇ ਲੋਕ, ਆਸੇ ਪਾਸੇ ਦੇ ਲੋਕ ਵੀ ਪੁੱਛਦੇ ਮੈਨੂੰ ਕਿ ਇਹ ਬਿਮਾਰੀ ਆ ਕੀ ਦਈਏ, ਠੀਕ ਹੈ ਉਹਨਾਂ ਦੇ ਵੀ ਡੰਗਰ ਅੱਲਾ ਦੇ ਹੁਕਮ ਨਾਲ ਠੀਕ ਹੋ ਜਾਂਦੇ। ਹਾਜੀ ਸਾਹਿਬ ਕੁਝ ਡੰਗਰ ਜਿਹੜੇ ਆ ਉਹ ਬੋਲਦੇ ਹੀ ਨਹੀਂ, ਬਹੁਤ ਬਹੁਤ ਸਾਲ 6 ਮਹੀਨੇ ਉਹ ਜੂੰ ਸੁੰਦੀਆਂ ਮੱਝਾਂ 3-3 ਸਾਲ ਬੋਲਦੀਆਂ ਹੀ ਨਹੀਂ, ਦਬੂ ਮਾਰ ਜਾਂਦੀਆਂ। ਡੰਗਰ ਜਿਹੜਾ ਨਾ ਜੀ ਇਹ ਬੋਲਦਾ ਹੈ, ਹਾਂਜੀ ਲੇਕਿਨ ਮਾਲਕ ਨੂੰ ਪਤਾ ਨਹੀਂ ਲੱਗਦਾ। ਅੱਛਾ ਜੀ। ਔਰ ਇਹਦੇ ਵਾਸਤੇ ਇਹਨੂੰ 3-4 ਦਿਨ ਤੁਸੀਂ ਨਮਕ ਦਿਓ, ਅੱਛਾ ਜੀ। ਇਨਸ਼ਾਅੱਲਾ ਬੋਲ ਪੂਗਾ ਜੀ ਠੀਕ ਹੋ। ਅੱਜ ਕੱਲ ਤਾਂ ਆਹ ਟੀਕੇ ਵੀ ਆਏ ਆ, ਟੀਕਾ ਤੁਸੀਂ ਲਾ ਦਿਓ ਡੰਗਰ ਬੋਲ ਪੂਗਾ, ਲੇਕਿਨ ਉਹ ਨਾ ਬੋਲ ਪੈਂਦਾ, ਠਹਿਰਦਾ ਬਹੁਤ ਘੱਟ ਆ। ਖੈਰ ਉਹ ਬਚਣਾ ਹੀ ਚਾਹੀਦਾ ਜੀ, ਕੁਦਰਤੀ ਤਰੀਕਾ ਹੀ ਠੀਕ ਆ। ਕੁਦਰਤੀ ਤਰੀਕਾ ਠੀਕ ਆ, ਤੁਸੀਂ 3-4 ਦਿਨ ਨਮਕ ਦਿਓ, ਅੱਲਾ ਦੇ ਹੁਕਮ ਨਾਲ ਬੋਲ ਪੈਂਦੇ। ਠੀਕ ਹੋ ਗਿਆ। ਅੱਛਾ ਹਾਜੀ ਸਾਹਿਬ, ਇੱਕ ਆਮ ਬਿਮਾਰੀ ਆ ਅੱਜ ਕੱਲ ਲੋਕਾਂ ਦੇ ਡੰਗਰਾਂ ਨੂੰ ਹੋ ਰਹੀ ਆ, ਉਹ ਪਿੱਛਾ ਦੇਣ ਲੱਗ ਪੈਂਦੇ ਆ। ਪਿੱਛਾ ਦੇਣ ਲੱਗ ਪੈਂਦੇ ਜਿਹੜੇ ਜੀ, ਇਹਨਾਂ ਵਾਸਤੇ ਜਿਹੜਾ ਕੇਲਾ ਹੁੰਦਾ ਨਾ ਜੀ, ਕੇਲਾ ਹਾਂਜੀ। ਉਹਦਾ ਪਾਣੀ ਕੱਢ ਕੇ 3-4 ਕਿਲੋ ਇਹਨਾਂ ਨੂੰ ਪਿਆ ਦਿਓ। ਮਤਲਬ ਉਹਦਾ ਜਿਹੜਾ ਕੇਲੇ ਦਾ ਦਰਖਤ ਆ ਉਹਦਾ ਪਾਣੀ ਪਾਣੀ ਹਾਂਜੀ, ਕਿੰਨਾ ਕੱਢ ਕੇ 4 ਕਿਲੋ 5 ਕਿਲੋ ਜਿਹੜਾ ਨਾ ਜੀ, ਉਹ ਇਹਨੂੰ ਪਿਆ ਦਿਓ, ਹਾਂਜੀ। ਦੋ ਡੰਗ ਅੱਲਾ ਦੇ ਹੁਕਮ ਨਾਲ ਠੀਕ ਹੋ ਜੂਗੀ। ਤੇ ਉਹ ਪਾਣੀ ਉਸ ਤੋਂ ਬਾਅਦ ਹਾਂਜੀ। ਇੱਕ ਮਾਮੂਲੀ ਇਲਾਜ ਆ ਜਿਹੜਾ ਤਰਬੂਜ ਹੁੰਦਾ ਜੀ, ਹਾਂਜੀ ਦੁਹਾਣਾ ਦੁਹਾਣਾ ਜਿਹਨੂੰ ਕਹਿੰਦੇ ਆਪਾਂ, ਹਾਂਜੀ 4-5 ਕਿਲੋ ਦਾ ਲੈ ਕੇ ਨਾ ਜੀ, ਹਾਂਜੀ ਉਹਨੂੰ ਕੱਟ ਕੇ ਉਹਦਾ ਗੂਦਾ ਕੱਢ ਕੇ ਹਾਂਜੀ। ਉਹ ਨਿੱਕੇ ਨਿੱਕੇ ਪੀਸ ਕੱਟ ਕੇ ਨਾ ਜੀ ਤੇ ਫ੍ਰੀਜ਼ਰ 'ਚ ਰੱਖ ਦਿਓ। ਅੱਛਾ ਜੀ। ਜਦੋਂ ਇਹ ਜੰਮ ਜਾਂਦੇ ਨਾ ਜੀ, ਬਰਫ਼ ਬਣ ਜਾਂਦੀ ਉਹਨਾਂ ਦੀ, ਹਾਂਜੀ ਉਦੋਂ ਬਾਹਰ ਕੱਢੋ 1 ਕਿਲੋ ਸ਼ੱਕਰ ਉਹਦੇ 'ਚ ਮਿਲਾ ਕੇ ਹਾਂਜੀ। ਤੇ ਡੰਗਰ ਨੂੰ ਦੇ ਦਿਓ, ਅੱਲਾ ਦੇ ਹੁਕਮ ਨਾਲ ਪਿੱਛਾ ਨਹੀਂ ਕੱਢੇਗੀ। ਉਹ ਦੁਹਾਣਾ ਕਿੰਨਾ ਹੋਣਾ? ਦੁਆਰਾ 4-5 ਕਿਲੋ ਹੋਵੇ ਗੁੱਦਾ, 4-5 ਕਿਲੋ ਗੁੱਦਾ ਹੋਵੇ ਦੁਹਾਣੇ ਦਾ, ਤਰਬੂਜ ਦਾ, ਹੋਵੇ ਨਾ, ਵਾਟਰਮੈਲਨ ਦਾ, ਹਾਂਜੀ ਤੇ ਉਹਦੇ ਵਿੱਚ ਕਿਲੋ ਸ਼ੱਕਰ। 1 ਕਿਲੋ ਸ਼ੱਕਰ। ਠੀਕ ਹੈ ਜੀ। ਅੱਲਾ ਦੇ ਹੁਕਮ ਨਾਲ ਪਿੱਛਾ ਨਹੀਂ ਕੱਢੂ ਜਾਣਾ। ਵਾਹ ਜੀ ਡਾਕਟਰ ਉਸ ਆਪਣਾ। ਤੋਂ ਹਟ ਕੇ ਮੱਖਣ ਵੀ ਹੁੰਦਾ ਆਪਣੇ ਦੇਸੀ ਘਰਾਂ 'ਚ, ਮੱਖਣ ਲਿਆ ਅੱਧਾ ਕਿਲੋ, ਹਾਂਜੀ ਵਿੱਚ 4-5 ਟਿੱਕੀਆਂ ਰੱਖ ਦਿਓ, ਦੂਸਰੀ ਦੀਆਂ ਮੁਸ਼ਕਫੂਰ ਦੀਆਂ। ਮੁਸ਼ਕਪੂਰ ਦੀਆਂ, ਤੇ ਉਹਦੇ ਨਾਲ ਵੀ ਜਾਨਵਰ ਠੰਡਾ ਹੋ ਜਾਂਦਾ, ਰੁਕ ਜਾਂਦਾ। ਮੁਸ਼ਕਿਲ ਇਲਾਜ ਦਾ ਦੁਹਾਣਾ ਦੀ ਸ਼ੱਕਰ ਆ। ਜੀ ਠੀਕ ਹੋ ਗਿਆ। ਹਾਜੀ ਸਾਹਿਬ ਹੁਣ ਤੁਹਾਡਾ ਜਰਾ ਗਾਈਆਂ ਵਾਲਾ ਪੋਰਸ਼ਨ ਵੀ ਦੇਖ ਲਈਏ। ਆਓ ਜੀ। ਇਹ ਛੋਟੇ ਡੰਗਰ ਰੱਖੇ ਆ ਜੀ, ਬੱਚੇ ਵੀ ਤੇ ਕਟੇ ਵੀ ਤੇ ਕਟੀਆਂ ਵੀ। ਉਹ ਇੱਕ ਤਾਂ ਬਹੁਤ ਹੀ ਨਿੱਕਾ, ਮੇਰਾ ਖਿਆਲ ਕੁਛ ਦਿਨਾਂ ਦਾ ਹੀ ਆ ਹਜੇ। ਠੀਕ ਹੈ ਜੀ। ਤੇ ਹਾਜੀ ਸਾਹਿਬ ਇਹਨਾਂ ਦੇ ਗਾਈਆਂ ਦੇ ਸਿੰਗ ਜਿਹੜੇ ਆ ਤੁਸੀਂ ਉਤਰਵਾਨੇ, ਉਹਦੇ ਤੇ ਹੈਗੇ ਆ? ਨਹੀਂ, ਸਿੰਘ ਅਸੀਂ ਇਹਨਾਂ ਦੇ ਛਡਾਉਂਦੇ ਆ ਜੀ, ਡਾਕਟਰ ਨੂੰ ਸੱਦ ਕੇ ਇਹਨਾਂ ਦੇ ਸਿੰਘ ਛਡਾਉਂਦੇ ਆ। ਵੈਸੇ ਇੱਕ ਅੱਜ ਕੱਲ੍ਹ ਟਿਊਬ ਵੀ ਆਈ ਹੈ, ਅੱਛਾ ਜੀ। ਮੈਡੀਕਲ ਸਟੋਰ ਤੋਂ ਟਿਊਬ ਲਓ ਤੇ ਉਹ ਤੁਸੀਂ ਨਾ ਇਹਦੇ ਵਾਲ ਕੱਟ ਕੇ ਸਿੰਘ ਵਾਲੀ ਥਾਂ ਤੋਂ ਹਾਂਜੀ। ਤੇ ਉੱਥੇ ਲਾ ਦਿਓ ਕਿਸੇ ਚੀਜ਼ ਨਾਲ, ਹੱਥ ਨਾਲ ਨਹੀਂ ਲਾਉਣੀ, ਹੱਥ ਨਾਲ ਜਲਨ ਹੁੰਦੀ ਫਿਰ ਦੁਬਾਰਾ ਵਾਰੀ ਹੱਥ ਵੀ ਸੜੇਗਾ। ਹਾਂਜੀ। ਸੜੂਗਾ। ਪਲਾਸਟਿਕ ਦਾ ਦਸਤਾਨਾ ਜਿਹੜਾ ਅੱਜ ਕੱਲ੍ਹ ਲੱਭ ਜਾਂਦਾ। ਹਾਂਜੀ ਉਹਦੇ ਤੇ ਤੁਸੀਂ ਲਾ ਦਿਓ। ਹਾਂਜੀ ਥੋੜੀ 5-7 ਮਿੰਟ ਕੇਅਰ ਕਰੋ ਕਿ ਜਾਨਵਰ ਕੋਈ ਚੱਟੇ ਨਾ ਇਹਨੂੰ, ਤੇ ਮੂੰਹ ਨਾ ਮਾਰੇ। ਜਾਨਵਰ ਖੁੱਲੇ ਮੂੰਹ ਮਾਰਦੇ ਹਨ, ਹਾਂਜੀ। ਤੇ ਉਹ ਇਨਸ਼ਾਅੱਲਾ ਆਪੇ ਸੜ ਜਾਂਦਾ ਸਿੰਘ। ਦੂਸਰੇ ਜਾਨਵਰਾਂ ਤੋਂ ਉਹਨੂੰ ਜੁਦਾ ਕਰ ਦਿਓ ਕੁਝ ਦੇਰ ਲਈ। ਅੱਛਾ ਜੀ। ਉਹ ਆਪੇ ਸੜ ਜਾਂਦਾ, ਫੁੱਟਦਾ ਨਹੀਂ ਜੀ। ਇਹ ਕਿੰਨੀ ਉਮਰ ਤੱਕ ਇਹ ਕੰਮ ਹੋਣਾ ਚਾਹੀਦਾ? ਇਹ ਹੋਣਾ ਤਾਂ ਚਾਹੀਦਾ ਜੀ, ਜ਼ਿਆਦਾ ਤੋਂ ਜ਼ਿਆਦਾ 15 ਦਿਨ ਦੇ ਅੰਦਰ ਅੰਦਰ ਹੋ ਜਾਣਾ ਚਾਹੀਦਾ। 15 ਦਿਨ ਦਾ ਬੱਚਾ ਹੋ ਜਦੋਂ ਪੈਦਾ ਹੋਣ ਤੋਂ 15 ਦਿਨ ਤੱਕ ਦਾ ਉਦੋਂ ਤੋਂ ਹੀ ਕਰ ਲੈਣਾ। ਕਰ ਲੈਣਾ। ਤੇ ਸਿੰਘ ਤੁਹਾਡਾ ਕੀ ਖਿਆਲ ਆ, ਕਟਾਣੇ ਚਾਹੀਦੇ ਆ? ਕਟਾਣੇ ਚਾਹੀਦੇ ਆ ਜੀ ਸਿੰਘ ਜਿਹੜੇ ਆ। ਫਿਰ ਜਿਹੜੇ ਖੁੱਲੇ ਜਾਨਵਰ ਆ, ਜਾਨਵਰ ਦੂਸਰਿਆਂ ਨੂੰ ਵੀ ਮਾਰਦੇ ਆ। ਠੀਕ ਹੈ ਜੀ। ਬਾਅਦ ਔਕਾਤ ਤੇਜ਼ ਸਿੰਘ ਹੁੰਦੇ ਆ, ਐਸੇ ਤਰੀਕੇ ਨਾਲ ਲੱਗ ਜਾਂਦਾ ਕਿ ਕਿਸੇ ਦੇ ਪੇਟ 'ਚ ਜਾਂ ਕਿਤੇ ਲੱਗ ਜਾਂਦਾ, ਕੱਢਣਾ ਮੁਸ਼ਕਲ ਹੋ ਜਾਂਦਾ। ਠੀਕ ਹੈ ਜੀ। ਸਾਲਣੇ ਚਾਹੀਦੇ ਜੀ। ਦੂਸਰਾ ਜਾਨਵਰ ਜਿਹੜਾ ਜੀ, ਇਹਨੂੰ ਖੁੱਲਾ ਛੱਡਣਾ ਚਾਹੀਦਾ, ਬੰਨਣਾ ਨਹੀਂ ਚਾਹੀਦਾ। ਬੰਨਣਾ ਨਹੀਂ ਚਾਹੀਦਾ। ਆਪਦੇ ਮਿਜਾਜ਼ ਨਾਲ ਇਹ ਪੱਠੇ ਖਾਵੇ, ਆਪਦੇ ਮਿਜਾਜ਼ ਨਾਲ ਪਾਣੀ ਪੀਵੇ, ਦਿਲ ਕਰੇ ਇੱਥੇ ਬਵੇ, ਦਿਲ ਕਰੇ ਧੁੱਪੇ ਬਵੇ, ਹਾਂਜੀ। ਜਿੱਥੇ ਦਾ ਦਿਲ ਕਰਦਾ ਬਵੇ। ਜੀ ਹਾਜੀ ਸਾਹਿਬ, ਮੀਂਹ ਪੈ ਗਿਆ ਕਿ ਅਲੱਗਾ ਗੱਲ ਆ, ਲੇਕਿਨ ਇੱਕ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਆ। ਤੁਸੀਂ ਜਾਨਵਰਾਂ ਦੇ ਪੋਰਸ਼ਨ ਵੀ ਕਈ ਬਣਾਏ ਆ ਵੀ ਛੋਟਿਆਂ ਜਾਨਵਰਾਂ ਦਾ, ਔਰ ਖੁੱਲਾ ਥਾਂ ਦਿੱਤਾ ਆ ਇਹਨਾਂ ਨੂੰ। ਹਾਂਜੀ ਠੀਕ ਹੈ ਜੀ। ਤੇ ਹਾਜੀ ਸਾਹਿਬ, ਜੇ ਕੋਈ ਲੋਕ ਤੁਹਾਡੇ ਨਾਲ, ਤੁਹਾਡੇ ਪਿੰਡ ਦੇ ਗੁਆਂਢੀ ਤਾਂ ਮਸ਼ਵਰਾ ਲੈਂਦੇ ਆ, ਜੇ ਹੋਰ ਕੋਈ ਫਾਰਮਰ ਮਸ਼ਵਰਾ ਲੈਣਾ ਚਾਹਣ? ਬਿਸਮਿਲ੍ਲਾ ਜੀ, ਤਾਬੇਦਾਰ ਆ ਮੈਂ, 24 ਘੰਟੇ ਹਾਜ਼ਰ ਹਾਂ। ਤੁਹਾਡਾ ਨੰਬਰ ਆਖਰ ਤੇ ਮੈਂ ਲਿਖ ਦੇਵਾਂ? ਲਿਖ ਦਿਓ ਜੀ। ਇਹ ਨਾ ਹੋਵੇ। 24 ਘੰਟੇ ਹਾਜ਼ਰ ਆ, ਕਿਸੇ ਨੂੰ ਜ਼ਰੂਰਤ ਕਿਤੇ ਵੀ ਪੈਂਦੀ ਮੇਰੀ, ਮੈਂ ਤਾਬੇਦਾਰ ਹਾਂ। ਬਹੁਤ ਸ਼ੁਕਰੀਆ ਹਾਜੀ ਸਾਹਿਬ ਤੁਹਾਡਾ। ਹੁਣ ਦੇਖ ਲਈਏ ਸਾਇਲਜ ਵਾਲਾ ਵੀ ਪੋਰਸ਼ਨ। ਸਾਇਲਜ ਹੈਗਾ ਉਹਦੇ ਚ ਇਸ ਵੇਲੇ? ਨਹੀਂ ਜੀ, ਸਾਇਲੇਜ ਖਤਮ ਹੋ ਗਿਆ, ਮਕਈ ਲਗਾਈ ਆ ਬਣਾਉਣਾ। ਅੱਛਾ ਚਲੋ, ਸਾਇਲਜ ਫਿਰ ਤੁਸੀਂ ਬਣਾਉਣਾ ਤੇ ਠੀਕ ਆ। ਤੁਸੀਂ ਉੱਥੇ ਚਲੋ ਦੇਖ ਕੇ ਜੀ ਉੱਥੇ ਗੱਲ ਕਰਦੇ ਹਾਂ। ਇਹ ਜੀ ਕੰਮ ਬਹੁਤ ਮੈਨੇਜ ਆ, ਪਾਈਪ ਲੱਗੇ ਆ, ਖੁੱਲ੍ਹੀਆਂ। ਹਾਜੀ ਸਾਹਿਬ, ਇਹ ਜਿਸ ਬਰਾਮਦੇ 'ਚ ਅਸੀਂ ਤੁਰੇ ਜਾਂਦੇ ਹਾਂ ਉੱਚਾ, ਇਹ ਕਾਹਦੇ ਵਾਸਤੇ ਬਣਾਇਆ ਆ? ਇਸ ਵਾਸਤੇ ਹੈ ਜੀ, ਇਹ ਦੇਖੋ ਨਾ ਛੱਡੇ,
ਹਾਂਜੀ ਜਗ੍ਹਾ ਛੱਡੀ ਆ ਰੋਸ਼ਨਦਾਨ ਹਾਂਜੀ ਇਹਦੇ ਚ ਹਵਾ ਦੀ ਜਿਹੜੀ ਹੈ ਨਾ ਜੀ ਉਹ ਹਵਾ ਕਰਾਸ ਹੁੰਦੀ ਰਹਿੰਦੀ ਕ੍ਰਾਸ ਹੁੰਦੀ ਆ। ਅੱਛਾ ਜੀ ਦੂਸਰਾ ਹਟ ਕੇ ਦੇਖੋ ਨਾ ਆਪਾਂ ਡੇਅਰੀ ਫਾਰਮ 'ਚ ਫਿਰਦੇ ਆ, ਗੋਬਰ ਵੀ ਪਿਆ ਹੈ, ਗੰਦ ਵੀ ਆ, ਹਰ ਚੀਜ਼ ਹਾਂਜੀ ਆ। ਹਾਂਜੀ ਇੱਥੇ ਸਮੈਲ ਨਹੀਂ ਆਉਂਦੀ। ਅੱਛਾ ਜੀ ਦੇਖੋ ਸਮੈਲ ਆ ਰਹੀ ਹੈ? ਨਹੀਂ ਆ ਰਹੀ ਨਹੀਂ ਜੀ। ਆ ਰਹੀ ਸਮੈਲ ਲੈਂਦਾ ਇਹ ਹਾਲਾਂਕਿ ਮੀਂਹ ਪਿਆ ਆ ਇੰਨਾ ਗੋਬਰ ਆ ਇੱਥੇ ਤਾਂ ਖੁਸ਼ਬੂ ਉੱਠੀ ਹੋਣੀ ਚਾਹੀਦੀ ਸੀ। ਹਾਂਜੀ ਸਮੈਲ ਨਹੀਂ ਆਉਂਦੀ ਜੀ। ਠੀਕ ਇਸ ਵਜ੍ਹਾ ਤੋਂ ਇਹ ਜਿਹੜੀ ਆ ਜਿਹੜਾ ਉੱਪਰ ਹੈ ਜੀ ਹਾਂਜੀ ਤੇ ਦੂਸਰਾ ਇੱਥੋਂ ਬਾਹਰ ਗਰਮੀ ਹੁੰਦੀ ਹੈ, ਇੱਥੇ ਠੰਡ ਹੁੰਦੀ ਹੈ। ਠੀਕ ਹੈ ਜੀ ਸਾਨੂੰ ਇਹ ਸ਼ੈੱਡ ਬਣਾਉਣ ਨਾਲ, ਇੰਨੇ ਪੈਸੇ ਲਾਉਣ ਨਾਲ ਇਹ ਫਾਇਦਾ ਕਿ ਸਾਨੂੰ ਪੱਖੇ ਨਹੀਂ ਲਾਉਣੇ ਪੈਂਦੇ। ਠੀਕ ਹੈ। ਇਹ ਚੜਾਈ ਦਾ ਕੋਈ ਪਤਾ ਹੈ ਜਿਹੜਾ ਵਿੱਚ ਕਾਰੀਡੋਰ ਜਿਹੜਾ ਇਹਦੇ ਵਿੱਚ ਆ ਜੀ, ਇਹ ਆ 10 ਫੁੱਟ ਆ ਜੀ। 10 ਫੁੱਟ ਛੱਡਿਆ ਇਹਦੇ ਵਿੱਚ ਤੁਹਾਡੇ ਬੰਦੇ ਵੀ ਲੰਘ ਜਾਂਦੇ ਹੋਣਗੇ ਪੱਠੇ ਪਾਉਣ ਵਾਲੇ। ਅਸੀਂ ਰੇੜਾ ਭਰ ਕੇ ਲੈ ਆਉਂਦੇ। ਅੱਛਾ ਰੇੜਾ ਭਰ ਕੇ ਇੱਧਰ ਉੱਧਰ ਸਿੱਟਦੇ ਜਾਂਦੇ ਜੀ। ਬਹੁਤ ਅੱਛਾ ਇਹ ਨਿਜ਼ਾਮ ਚੜਦਾ ਇੱਧਰ ਉਤਰ ਜਾਂਦਾ। ਠੀਕ ਹੋ ਗਿਆ ਜੀ। ਇੱਕ ਪਾਸੇ ਚਾੜਿਆ ਤੇ ਖਿਲਾਰਦੇ ਗਏ ਤੇ ਉਧਰਲੇ ਪਾਸੇ ਉਤਰ ਗਿਆ, ਉਧਰਲੇ ਟੋਕੇ ਤੋਂ ਭਰਿਆ ਤੇ ਉਧਰ ਚਲੇ ਗਿਆ ਜੀ। ਠੀਕ ਹੋ ਗਿਆ ਹਾਜੀ ਸਾਹਿਬ। ਅੱਛਾ ਇੱਕ ਟੋਕਾ ਇਧਰਲੇ ਪਾਸੇ ਲਾਇਆ ਆ। ਟੋਕੇ ਤੇ ਜੀ ਏਡੇ ਮਾਲ ਲਈ ਦੋ ਹੀ ਬਾਰੇ ਚ ਆ, ਔਰ ਦੂਸਰਾ ਇਹ ਕਿ ਅੱਲਾ ਨਾ ਕਰੇ ਇੱਕ ਨੂੰ ਨੁਕਸ ਪੈ ਜਾਏ, ਦੂਜਾ ਤਾਂ ਚੱਲਦਾ ਹੋਣਾ ਚਾਹੀਦਾ। ਹਾਏ ਪਾੜਸ਼ਾ ਹੈ ਨਹੀਂ ਹੈ ਇਸ ਵੇਲੇ, ਪਤਾ ਨਹੀਂ ਪਾੜਸ਼ੇ ਲਾਈਦੇ ਆ ਜੀ। ਉਹ ਬੰਦੇ ਕਹਿੰਦੇ ਆ ਦਿੱਕਤ ਪੈਦਾ ਕਰਦੇ ਆ। ਅੱਛਾ ਬੰਦੇ ਨਹੀਂ ਪਸੰਦ ਕਰਦੇ। ਠੀਕ ਆ ਜੀ। ਠੀਕ ਹੈ। ਲੋ ਜੀ ਤੁਰਿਆਂ ਜਾਂਦਿਆਂ ਜਾਂਦਿਆਂ ਇੱਥੇ ਫਾਰਮ ਦੇ ਵਿੱਚ ਸੁਹਾਗਾ ਵੀ ਲੋਹੇ ਦਾ ਬਣਿਆ। ਇਹ ਸਾਰਾ ਹੀ ਲੋਹੇ ਦਾ ਜੀ? ਸਾਰਾ ਹੀ ਲੋਹੇ ਦਾ। ਤੇ ਇਹਦੇ ਥੱਲੇ ਮਤਲਬ ਲੋਹਾ, ਉੱਤੇ ਮਿੱਟੀ ਆ ਜਾਂ? ਉੱਤੇ ਮਿੱਟੀ ਪਾਈ ਆ ਜੀ ਵਜ਼ਨ ਬਣਾਉਣ ਵਾਸਤੇ। ਵਜ਼ਨ ਬਣਾਉਣ ਵਾਸਤੇ। ਤੇ ਉੱਤੇ ਬੰਦੇ ਨਾਲ ਬਹਿਣ, ਮਿੱਟੀ ਪਾਈ ਆ ਵਜ਼ਨ ਰਵੇ ਜੀ। ਤੇ ਜਿਹੜਾ ਜ਼ਮੀਨ 'ਚ ਰੋੜਾ ਵਗੈਰਾ ਹੈ ਉਹ ਪ੍ਰੈਸ। ਵਾਹ ਜੀ ਵਾਹ, ਠੀਕ ਹੋ ਗਿਆ ਜੀ। ਲੋ ਜੀ ਜਿੱਥੇ ਆ ਟਰਾਲਾ ਖੜਾ ਹੈ, ਪਾਣੀ ਖਲੋਤਾ ਹੈ, ਇਹ ਇਹਨਾਂ ਨੇ ਸਾਈਲੇਜ ਵਾਸਤੇ ਜਗ੍ਹਾ ਬਣਾਈ ਆ। ਸਾਈਲੇਜ ਦਾ ਬਹੁਤ ਨਾ ਜੀ ਇਸ ਇਲਾਕੇ 'ਚ ਤੇ ਕਾਫੀ ਹੈ, ਲੇਕਿਨ ਜਿਹੜਾ ਸ਼ੇਖੂਪੁਰ ਗੁਜਰਾਂ ਵਾਲਾ ਉੱਥੇ ਦੇ ਲੋਕਾਂ ਨੂੰ ਹਜੇ ਇਹਦਾ ਇੰਨਾ ਅਵੇਅਰਨੈਸ ਨਹੀਂ। ਉਹ ਗੰਢਾਂ ਦੇ ਵਿੱਚ ਖਰੀਦ ਕੇ ਲਿਜਾਂਦੇ ਆ, ਬਹੁਤ ਡਰਦੇ ਆ। ਸਿੰਪਲ ਜੀ ਮਿੱਟੀ ਆਲੇ ਦੁਆਲੇ ਆ ਜੀ ਰੜੇ ਮੈਦਾਨ ਤੇ। ਸੈਂਟਰ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਬਣਾਣੇ ਜੀ? ਇਹ ਜੀ ਅਸੀਂ ਹਾਰਵੈਸਟਰ ਲਿਆਈ ਦੀ ਜੀ ਕਿਰਾਏ ਤੇ। ਕਿਰਾਏ ਤੇ ਉਹ ਕੀ ਲੈਂਦੇ ਪੈਲੀ ਦਾ? ਉਹ ਤਕਰੀਬਨ 8000 ਰੁਪਏ ਪਰ ਏਕੜ ਲੈਂਦੇ ਜੀ ਸਾਡੇ। ਉਹ ਜਿਹੜੀ ਆਪੇ ਵੱਢਦੀ ਆਪੇ ਕੁਤਰਦੀ ਆ ਜਾਂ ਬੰਦੇ ਵੱਢਦੇ ਆ? ਆਪੇ ਵੱਢਦੀ ਆ, ਆਪੇ ਕੁਤਰਦੀ ਆ, ਨਾਲ ਉਹਦੇ ਟਰਾਲਾ ਜਾ ਰਿਹਾ ਹੁੰਦਾ, ਟਰਾਲੇ 'ਚ ਪਾਈ ਜਾਂਦੀ। ਉੱਥੇ ਲਿਆ ਕੇ ਇੱਥੇ ਰੱਖੀ ਜਾਂਦੇ ਆ? ਉਹ ਟਰਾਲਾ ਜਿਹੜਾ ਨਾ ਜੇ ਇੱਥੇ ਆਉਂਦਾ, ਇੱਥੇ ਉਹ ਜੈਕ ਲਾਉਂਦਾ ਹੈ, ਮੁੱਦਾ ਕਰ ਦਿੰਦਾ। ਅੱਛਾ ਜੀ। ਇੱਥੇ ਸਾਡਾ ਸ਼ੋਪਰ ਲਾਇਆ ਹੁੰਦਾ। ਅੱਛਾ ਜੀ। ਥੱਲੇ ਨਾ ਜੀ ਸਾਰੇ ਸ਼ੋਪਰ ਵਿਛਾਇਆ। ਜ਼ਮੀਨ ਤੇ ਵੀ ਛਾਪਰ ਹੁੰਦਾ? ਜ਼ਮੀਨ ਤੇ ਵੀ ਸ਼ੋਪਰ ਹੁੰਦਾ। ਅੱਛਾ ਜੀ। ਉਹ ਇੱਥੇ ਟਰਾਲਾ ਢੇਰੀ ਕਰਦੇ ਜੀ। ਅੱਗੋਂ ਉਹਨਾਂ ਦਾ ਬਲੇਡ ਵਾਲਾ ਟਰੈਕਟਰ ਹੁੰਦਾ ਜਿਹੜਾ ਧੱਕ ਕੇ ਨਾ ਜੀ ਧੜ ਬਣਾਈ ਜਾਂਦਾ, ਨਾਲੇ ਇਹਨੂੰ ਪ੍ਰੈਸ ਕੀਤੀ ਜਾਂਦਾ। ਅੱਛਾ ਜੀ। ਤੇ ਜਿੰਨਾ ਪ੍ਰੈਸ ਹੋ ਜਾਊਗਾ ਉਹਨਾਂ ਅੱਛਾ ਬਣੂਗਾ। ਠੀਕ ਆ ਜੀ। ਉਹ ਇਹਨੂੰ ਪ੍ਰੈਸ ਕੀਤੀ ਜਾਂਦਾ। ਜਦੋਂ ਪਿੱਛੋਂ ਚਾਰਾ ਖਤਮ ਹੋ ਜਾਂਦਾ, ਇਹ ਸ਼ੋਪਰ ਜਿਹੜਾ ਅਸੀਂ ਇਹਦੇ ਉੱਤੇ ਪਾਈਦਾ, ਜਿਹੜੀਆਂ ਇਹ ਸਾਈਡਾਂ ਇੱਥੇ ਹਲ ਚਲਾਈਦਾ। ਅੱਛਾ ਜੀ। ਤੇ ਮਿੱਟੀ ਜਿਹੜੀ ਚੁੱਕ ਕੇ ਉੱਤੇ ਸਿੱਟ ਦੇਈ। ਉੱਤੇ ਮਿੱਟੀ ਸਿੱਟ ਦਿੰਨੇ ਆ। ਇਹ ਭਾਵੇਂ 5 ਸਾਲ ਵੀ ਪਿਆ ਰਵੇ, ਖਰਾਬ ਨਹੀਂ ਹੁੰਦਾ। ਜਦੋਂ ਸਾਨੂੰ ਜ਼ਰੂਰਤ ਹੁੰਦੀ, ਚਾਰੇ ਦੀ ਕਮੀ ਹੁੰਦੀ, ਉਦੋਂ ਅਸੀਂ ਉਦੋਂ ਇਹ ਇਸਤੇਮਾਲ ਕਰ ਲੈਂਦੇ, ਅੱਗੇ ਪਿੱਛੇ ਚਾਰਾ ਇਸਤੇਮਾਲ ਕਰ ਲੈਂਦੇ। ਛੱਡ ਦੀ। ਠੀਕ ਹੈ ਜੀ। ਆਹ ਢੇਰ ਉੱਥੇ ਹੀ ਰੱਖਿਆ ਹੈ, ਖੇਤਾਂ 'ਚ ਵੀ ਪਾਣੇ ਕਿ ਇੱਥੇ ਪਿਆ ਰਹਿੰਦਾ? ਨਹੀਂ ਜੀ, ਇਹ ਖੇਤਾਂ 'ਚ ਪਾਈਦਾ, ਚੁੱਕ ਲਈਦਾ ਹੈ। ਅੱਛਾ ਜੀ, ਬਾਰਿਸ਼ ਚੁੱਕ ਦੀ ਵਜ੍ਹਾ ਤੋਂ ਨਾ ਬਾਰਿਸ਼ਾਂ ਹੋ ਹਾਂ ਹੁਣ ਸੀਜ਼ਨ ਆ ਬਰਸਾਤ ਦਾ ਆ, 29 ਤਰੀਕ ਆ ਜੁਲਾਈ ਦੀ। ਨਾਲ ਚਾਰਾ ਕੱਢਿਆ ਜੀ, ਗੇਟ ਖੋਲੀਦਾ, ਨਾਲ ਚਾਰਾ ਨਾਲ ਹੀ ਤੁਹਾਡਾ ਰਕਬਾ ਹੈ ਜੀ। ਚਾਰਾ ਕਟਾ ਲਈਦਾ। ਠੀਕ ਆ ਜੀ, ਅੱਲਾ ਨੇ ਮੌਜ ਦਿੱਤੀ ਆ। ਹੁਣ ਤੁਹਾਡਾ ਪਾਣੀ ਵਾਲਾ ਤਾਲਾਬ ਦੇਖੀਏ ਜੀ। ਉਹ ਮਸ਼ੀਨ ਕਿਹੜੀ ਮਕਈ ਵਾਲੀ ਪਈ ਆ? ਹਾਂਜੀ। ਇਹ ਸਾਈਲੇਜ ਵਾਲੀ ਜਾਂ? ਇਹ ਮੱਕੀ ਗਾਉਣ ਵਾਲੀ। ਅੱਛਾ ਇਹ ਮੱਕੀ ਗਾਹਣ ਵਾਲੀ ਪਈ ਆ। ਉਹ ਮੋਟਰ ਲੱਗੀ ਆ। ਇਹ ਜੀ ਜਨਾਬ ਇਹਨਾਂ ਨੇ ਕੋਲ ਜਾ ਕੇ ਦੇਖਦੇ ਆ। ਲੋ ਜੀ ਪਹਿਲਵਾਨ ਡੇਅਰੀ ਫਾਰਮ 43 GDO ਕਾੜਾ, ਬੜਾ ਫਸਟ ਕਲਾਸ ਪੱਕਾ। ਇਹ ਥੱਲਿਓਂ ਵੀ ਪੱਕਾ ਹੀ ਆ ਬਰਾੜ ਸਾਹਿਬ? ਹਾਂਜੀ ਪੱਕਾ ਇਹਨਾਂ ਨੇ ਆ ਚੜਾ ਬਣਾਇਆ ਆ, ਤਲਾਬ ਬਣਾਇਆ ਆ। ਪਹਿਲਾਂ ਛੱਪੜ ਹੁੰਦੇ ਸੀ, ਉਹ ਨਜ਼ਰ ਆ ਰਿਹਾ ਜੀ ਸਾਈਡ ਤੋਂ ਦੀ। ਉਹ ਮੱਝਾਂ ਦੇ ਵੜਨ ਲਈ, ਮੱਝਾਂ ਹੀ ਵੜਦੀਆਂ ਹੋਣੀਆਂ, ਗਾਵਾਂ ਤਾਂ ਘੱਟ ਹੀ ਵੜਦੀਆਂ ਹੋਣੀਆਂ। ਬੰਦੇ ਵੀ ਨਹਾ ਲੈਂਦੇ ਤੇ ਬੰਦਿਆਂ ਨੇ ਵੀ ਨਹਾਣਾ ਜਦ ਪਾਣੀ ਸਾਫ਼ ਹੋਵੇ। ਲਓ ਜੀ ਇਹ ਡੰਗਰਾਂ ਦੇ ਵੜਨ ਲਈ ਜਗ੍ਹਾ ਬਣਾਈ ਆ, ਰਸਤਾ। ਇੱਥੋਂ ਵੜਦੇ ਆ ਜੀ। ਉਹ ਪਾਣੀ ਜਿਹੜਾ ਆ ਦੂਸਰੇ ਟਿਊਬਵੈੱਲ ਦਾ ਵੀ ਆ ਜਾਂਦਾ, ਅਗਰ ਇਹ ਟਿਊਬਵੈੱਲ ਤਾਂ ਨਾ ਆ ਸਕੇ। ਇਹ ਤਲਾਬ ਆ, ਉਹ ਨਜ਼ਰ ਆ ਰਿਹਾ ਜੀ ਟਿਊਬਵੈੱਲ ਲਾਇਆ ਆ। ਔਰ ਮੇਰਾ ਖਿਆਲ ਹੈ ਇਹ ਪਾਣੀ ਇਹਨਾਂ ਨੇ, ਇਹ ਟਿਊਬਵੈੱਲ ਜਿਹੜਾ ਨਾ ਜੀ, ਇਹਦਾ ਖੇਤਾਂ ਨੂੰ ਵੀ ਸਰਾਬ ਹੁੰਦਾ ਰਹਿੰਦਾ, ਡੰਗਰਾਂ ਨੂੰ ਵੀ ਹੁੰਦਾ ਰਹਿੰਦਾ ਜੀ। ਔਰ ਪਾਣੀ ਵਾਸਤੇ ਆ ਮੋਟਰ ਲੱਗੀ ਹੈ, ਨਜ਼ਰ ਆ ਰਹੀ ਹੈ। ਦੁੱਧ ਵਾਲੇ ਭਾਂਡੇ ਵੀ ਦਿਸਦੇ ਆ।
ਇਹ ਜਿਹੜਾ ਤਲਾਬ ਆ ਨਾ ਜੀ, ਉਹਦਾ ਪਾਣੀ ਇੱਧਰ ਦੀ ਖੇਤਾਂ ਨੂੰ ਵੀ ਹੁੰਦਾ, ਤਾਜ਼ਾ ਪਾਣੀ ਡੰਗਰਾਂ ਨੂੰ ਵੀ ਮਿਲਦਾ ਰਹਿੰਦਾ ਔਰ ਟਿਊਬਵੈੱਲ ਦਾ, ਔਰ ਇੱਥੋਂ ਫਿਰ ਖੇਤਾਂ ਨੂੰ ਵੀ ਜਾਂਦਾ ਰਹਿੰਦਾ। ਅੱਛਾ ਜੀ, ਇੱਕ ਉਧਰ ਮੈਨੂੰ ਸੁਰਾਖ ਨਜ਼ਰ ਆਇਆ, ਉਹਦੇ ਚੋਂ ਵੀ ਪਾਣੀ ਆਉਂਦਾ ਜੇ ਕੀ ਆਉਂਦਾ? ਉਹ ਜਿਹੜਾ ਡੇਅਰੀ ਦਾ ਪਾਣੀ ਆਉਂਦਾ, ਡੇਅਰੀ ਦਾ ਪਾਣੀ ਆਉਂਦਾ ਜੀ। ਠੀਕ ਠੀਕ ਆ, ਉਹ ਵੀ ਨਾਲ ਖੇਤਾਂ ਨੂੰ ਚਲੇ ਜਾਂਦਾ। ਹਾਜੀ ਸਾਹਿਬ, ਤੁਹਾਡੀ ਅਦਮ ਮੌਜੂਦਗੀ 'ਚ ਮੈਂ ਇਹ ਤਲਾਬ ਜਿਹੜਾ ਬੜਾ ਚੰਗੀ ਤਰ੍ਹਾਂ ਇਹਦਾ ਮੁਸ਼ਾਹਦਾ ਕੀਤਾ। ਇੱਕ ਸਵਾਲ ਆਇਆ ਮੇਰੇ ਜ਼ਿਹਨ ਦੇ ਵਿੱਚ ਕਿ ਐਡਾ ਵੱਡਾ ਤਲਾਬ ਆ ਤੇ ਡੰਗਰਾਂ ਦਾ ਇਹਦਾ ਪਾਣੀ ਜਿਹੜਾ ਹੈ ਸਾਫ਼ ਹੈ, ਇਹਦੇ ਵਿੱਚ ਗਾਬ ਹੈ ਨਹੀਂ, ਹਾਲਾਂਕਿ ਜਿੱਥੇ ਮੱਝਾਂ ਹੋਣ ਉੱਥੇ ਗਾਬ ਹੋਣੀ ਚਾਹੀਦੀ, ਗੰਦ ਹੋਵੇ, ਉਹਦਾ ਤੁਸੀਂ ਕੀ ਕੀਤਾ ਜੀ? ਅਸੀਂ ਸਾਰੇ ਤਾਲਾਬ ਬਣਾਇਆ ਜਦੋਂ ਇਹ ਨਕਸ਼ੇ ਦੇ ਤਹਿਤ ਬਣਾਇਆ। ਅੱਛਾ ਜੀ। ਇਹਦੇ ਵਿੱਚ ਜਿਹੜੀ ਕ੍ਰਾਸਿੰਗ ਅਸੀਂ ਪਾਣੀ ਕੱਢਿਆ ਨਾ ਜੀ, ਹਾਂਜੀ, ਉਹਦੇ ਅਸੀਂ ਪਾਈਪਾਂ ਦੀ ਜਿਹੜੀ ਸਤਹ ਜ਼ਮੀਨ 'ਤੇ ਰੱਖੀ ਹੈ। ਜਿਹੜੀ ਤਲਾਬ ਦੀ ਸਤ੍ਹਾ ਆ ਉਹਦੇ ਵਿੱਚ ਨਿਕਾਸੀ ਦਾ ਰੱਖਿਆ ਜੀ। ਨਿਕਾਸੀ ਰੱਖੀ ਅਸੀਂ, ਉਹਦੀ ਜ਼ਮੀਨ ਦੀ ਸਤਹ ਦੇ ਪੈਪ ਜਿਹੜੇ ਆ ਨਾ ਜੀ, ਉਹਨਾਂ ਨੂੰ ਬੈਂਡ ਦੇ ਕੇ ਬਾਹਰ ਕੱਢਿਆ। ਅੱਛਾ ਜੀ, ਇਹ ਜਿਹੜੇ ਨਿਕਲ ਰਹੇ ਆ। ਉਹਦੇ ਨਾਲ ਇਹ ਹੁੰਦਾ ਜੀ, ਜਦੋਂ ਇਹ ਤਲਾਬ ਫੁੱਲ ਹੋਣਾ ਨਾ ਜੀ, ਹਾਂਜੀ, ਉਦੋਂ ਦਬਾਅ ਨਾਲ ਉਹਦੇ ਚੋਂ ਪ੍ਰੈਸ਼ਰ ਨਾਲ ਪਾਣੀ ਨਿਕਲਦਾ। ਪਾਣੀ ਉੱਤੋਂ ਦੀ ਆਣਾ ਤੇ ਨਿਕਲਣਾ ਵਿੱਚੋਂ ਦੀ, ਨਾਲ ਹੀ ਗਾਬ ਨਿਕਲ ਜਾਣੀ ਆ। ਨਾਲ ਹੀ ਜਿਹੜਾ ਗੰਦ ਗੁੰਦ ਹੁੰਦਾ ਨਾ ਜੀ, ਉਹ ਖਿੱਚ ਕੇ ਬਾਹਰ ਕੱਢੀ ਜਾਂਦਾ। ਉਹ ਆਪੇ ਹੀ ਨਿਕਲਿਆ ਜਾਂਦਾ ਆਟੋਮੈਟਿਕ ਤਰੀਕੇ ਨਾਲ, ਤੇ ਉਹ ਖੇਤਾਂ ਨੂੰ ਚਲੇ ਜਾਂਦਾ। ਉਹ ਖੇਤਾਂ ਨੂੰ ਚਲੇ ਜੀ ਹਾਜੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਾਜੀ ਸਾਹਿਬ, ਅਗਰ ਤੁਸੀਂ ਇਹ ਕੰਮ ਕਰੋ ਕਿ ਜਿਹੜੇ ਫਾਰਮਰ ਜੀ ਤੁਹਾਡੇ ਤੋਂ ਮਸ਼ਵਰਾ ਲੈਣਾ ਚਾਹਣ, ਤੁਸੀਂ ਉਹਨਾਂ ਨੂੰ ਦੇਣਾ ਦੋਗੇ? ਤਾਬੇਦਾਰ ਦੋਗੇ ਤਾਂ ਫਿਰ ਆਪਣਾ ਨੰਬਰ ਬੋਲ ਦਿਓ। ਮੇਰਾ ਨੰਬਰ ਹੈ ਜੀ 0341 0341 8098 8098 248 248 0301 0301 7365 7365 053। 053। ਹਾਜੀ ਸਾਹਿਬ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਇਹ ਟਿਊਬਵੈਲ ਇੱਕ ਤੁਹਾਨੂੰ ਚਲਾ ਕੇ ਦਿਖਾਉਂਦੇ ਜੀ, ਇੱਕ ਸਕਰੀਨ ਸਾਨੂੰ ਦਿਓ ਜੀ ਟਿਊਬਵੈਲ ਵੀ ਦੇਖਦੇ ਉੱਤੋਂ ਪੈਣਾ ਜੀ। ਜੀ। ਥੱਲਿਓਂ ਠੀਕ, ਇੱਥੋਂ ਕਰਾਸ ਸਾਹ ਲੈਂਦਾ ਹੋਏਗਾ ਨਾ ਜੀ। ਹਾਂਜੀ ਹਾਜੀ ਸਾਹਿਬ, ਹੈ ਜਿਸ ਮਕਾਨ ਦੇ ਕੋਲ ਖਲੋਤੇ ਆ, ਛੋਟੀ ਜਿਹੀ ਕੋਠੜੀ, ਇਹ ਕੀ ਆ? ਇਹ ਜੀ ਅਸੀਂ ਸ਼ੀਰੇ ਵਾਸਤੇ ਜਗ੍ਹਾ ਬਣਾਈ ਹੈ। ਅੱਛਾ ਜੀ। ਮੁਖਤਲਿਫ ਮਿੱਲਾਂ ਤੋਂ ਅਸੀਂ ਸ਼ੀਰਾ ਲਈਦਾ, ਗੰਨੇ ਵਾਲੀਆਂ ਮਿੱਲਾਂ ਤੋਂ? ਗੰਨੇ ਵਾਲੀ ਮਿੱਲ ਤੋਂ, ਬਾਬਾ ਫਰੀਦ ਤੋਂ ਵੀ ਲੈ ਲਈਦਾ ਸੀ। ਅੱਛਾ ਜੀ। ਚਨਾਰ ਸ਼ੂਗਰ ਮਿੱਲ ਤੋਂ ਵੀ ਲੈ ਲਈਦਾ। ਅੱਛਾ ਜੀ। ਕੋਈ ਸਾਡੇ ਦੋਸਤ ਇਧਰ ਜਜ਼ਮਾਨ ਮੰਡੀ ਮੀਆਂ ਅਕਰਮ ਸਾਹਿਬ ਸ਼ੀਰੇ ਦਾ ਕੰਮ ਕਰਦੇ ਆ, ਅੱਛਾ ਜੀ। ਅਸੀਂ ਉਹਨਾਂ ਤੋਂ ਵੀ ਲੈ ਲਈਦਾ। ਹਾਂਜੀ। ਤੇ ਇਹਦੇ ਚ ਨਾ ਗੱਡੀ ਆਉਂਦੀ ਆ, ਸ਼ੀਰਾ ਅਸੀਂ ਪਾ ਇਹਦੇ ਚ ਕਿੰਨਾ ਪੈ ਜਾਂਦਾ? ਇਹਦੇ ਚ ਤਕਰੀਬਨ 100 ਮਣ ਪੈ ਜਾਂਦਾ ਜੀ। 100 ਮਣ ਸ਼ੀਰਾ ਪੈ ਜਾਂਦਾ, ਤੇ ਉਹ ਤੁਸੀਂ ਪਾਈਪ ਦੇ ਜ਼ਰੀਏ ਲਿਜਾਨੇ ਉੱਥੇ? ਨਹੀਂ ਸਰ, ਅਸੀਂ ਇਹ ਸਰਦੀਆਂ ਦੇ ਵਿੱਚ ਇਸਤੇਮਾਲ ਜ਼ਿਆਦਾ ਕਰਦੇ ਹਾਂ, ਗਰਮੀ 'ਚ ਨਹੀਂ ਕਰੀਦਾ। ਗਰਮੀ ਹੁੰਦੀ ਹੈ ਨਾ, ਤੇ ਵੀ ਗਰਮ ਹੁੰਦਾ ਜੀ। ਅੱਛਾ ਜੀ। ਉਹ ਸਰਦੀਆਂ 'ਚ ਇਹਦੇ ਚੋਂ ਕੱਢਦੇ ਕਿੱਦਾਂ ਆ? ਇਹਦੇ ਜੋ ਥੱਲੇ ਇੱਥੇ ਨਾ ਜੀ ਪਾਈਪ ਲੱਗਾ, ਉਹ ਖੋਲ ਕੇ ਬਾਲਟੀਆਂ ਭਰ ਲਈ ਦੀ। ਅੱਛਾ, ਬਾਲਟੀਆਂ ਭਰ ਖੁੱਲੀਆਂ ਸਿੱਟ ਦੇਣੀਆਂ? ਖੁੱਲੀਆਂ ਸਿੱਟ ਦੇਣੀਆਂ। ਉਹ ਤਕਰੀਬਨ ਕਿੰਨਾ ਕੁ ਸਿੱਟਦੇ ਆ? ਅਸੀਂ ਤਕਰੀਬਨ ਇੱਕ ਫੀ ਜਾਨਵਰ 1 ਕਿਲੋ ਆ ਜਾਏ। ਅੱਛਾ ਜੀ। ਅਸੀਂ ਸਿੱਟਦੇ ਹਾਂ। ਤੇ ਉਹਦੇ ਨਾਲ ਇਹ ਹੁੰਦਾ ਕਿ ਜੀ ਇਹਨਾਂ ਨੂੰ, ਜਿਵੇਂ ਇਹ ਸ਼ੈੱਡ ਓਪਨ ਆ ਨਾ ਜੀ, ਹਾਂਜੀ, ਸਰਦੀਆਂ 'ਚ ਨਾ ਸਾਨੂੰ ਪੱਲੇ ਲਾਉਣ ਦੀ ਜ਼ਰੂਰਤ ਪੈਂਦੀ ਆ, ਨਾ ਇਹਨਾਂ ਨੂੰ ਅੰਦਰ। ਆਹੋ ਜੀ, ਜਿਹਨੇ ਸੇਰ ਮਿੱਠਾ ਖਾ ਲੈਣਾ। ਤੇ ਇਹ ਮਿੱਠਾ ਤੁਹਾਨੂੰ ਲੱਭ ਕੀ ਭਾ ਜਾਂਦਾ? ਇੱਥੇ 8 ਰੁਪਏ ਲੀਟਰ ਵੀ ਲੈਂਦੇ ਰਹੇ। ਅੱਛਾ ਜੀ। 10 ਰੁਪਏ ਵੀ ਲਿਆ। ਹਾਂਜੀ। ਤੇ ਪਿਛਲੇ ਸਾਲ 12 ਰੁਪਏ ਵੀ ਲਿਆ। ਡਰਾਈਵਰ ਵੀ ਹੇਰਾ ਫੇਰੀ ਕਰ ਲੈਂਦੇ ਹੁਣੇ ਪਾਣੀ ਪਾ ਕੇ? ਪਾਣੀ ਪਾ ਲੈਂਦੇ ਜੀ, ਉਹ ਫਿਰ ਉਹ ਤਾਂ ਜੀ ਇਸ ਕੌਮ ਨੂੰ ਅੱਲਾਹ ਹਦਾਇਤ ਦੇਵੇ। ਠੀਕ ਹੈ ਜੀ। ਪਾਣੀ ਪਾ ਲੈਂਦੇ। ਯਾਨੀ ਇਹ ਇੱਕ ਨਵਾਂ ਫੀਚਰ ਇਸ ਫਾਰਮ ਦੇ ਵਿੱਚ ਦੇਖਿਆ, ਇਸ ਤਰ੍ਹਾਂ ਦਾ ਬਣਾ ਲਵੇ ਬੰਦਾ ਇੱਕ ਟੈਂਕ, ਉਹਦੇ ਵਿੱਚ ਸ਼ੀਰਾ ਸਟਾਕ ਕਰਕੇ ਤੇ ਬੰਦਾ ਆਪਣੀਆਂ ਸਰਦੀਆਂ ਕੱਢ ਲੈਂਦਾ ਜੀ। ਮੈਂ ਜਨਾਬ ਤਕਰੀਬਨ 25-28 ਸਾਲ ਸਾਊਦੀ ਅਰਬ ਰਿਹਾ। ਅੱਛਾ ਜੀ। ਮਾਸ਼ਾਅੱਲਾ 25-26 ਹੱਜ ਵੀ ਕੀਤੇ ਆ। ਮਾਸ਼ਾਅੱਲਾ। ਮੈਂ ਪਾਕਿਸਤਾਨ ਸ਼ਿਫਟ ਹੋਇਆ, ਮੈਨੂੰ ਬੜੇ ਦੋਸਤਾਂ ਨੇ ਸਲਾਹਾਂ ਦਿੱਤੀਆਂ ਜੀ, ਪੈਟਰੋਲ ਪੰਪ ਪਾਓ ਜੀ, ਫਲਾਨਾ ਕਰ ਲਓ ਜੀ, ਫਲਾਨਾ ਕਰ ਲਓ ਜੀ। ਮੈਂ ਤਾਂ ਸਾਰੇ ਕੰਮਾਂ ਦਾ ਜਿਹੜਾ ਸੀ ਨਾ ਜੀ, ਰਿਸਰਚ ਕਰਕੇ ਮੈਨੂੰ ਇਹ ਅੱਛਾ ਲੱਗਾ ਕਿ ਦੁੱਧ 'ਚ ਪਾਣੀ ਨਾ ਪਾਓ ਤੇ ਇਮਾਨਦਾਰੀ ਹੈ। ਦੁੱਧ 'ਚ ਪਾਣੀ ਨਾ ਪਾਓ ਤਾਂ ਵੀ ਬੱਚਤ ਹੁੰਦੀ ਆ? ਇਮਾਨਦਾਰੀ ਹੈ ਜੀ, ਅੱਲਾ ਰਿਜ਼ਕ ਦੇਣ ਵਾਲਾ ਹੈ। ਪਾਣੀ ਪਾਉਣਾ ਹੈ ਤੇ ਖਾਣਾ ਖਰਾਬ ਹੋਣਾ ਹੈ। ਠੀਕ ਹੈ ਜੀ। ਨਹੀਂ ਪਾਉਣਾ ਤੇ ਅੱਲਾ ਦੇ ਹੁਕਮ ਨਾਲ ਖੁਸ਼ਹਾਲੀ ਆਉਣੀ। ਖੁਸ਼ਹਾਲੀ ਆਣੀ ਹੈ। ਜ਼ਿੰਦਾਬਾਦ ਜੀ। ਸਾਰਾ ਵਿਜ਼ਿਟ ਕਰਕੇ ਮੈਨੂੰ ਤਾਂ ਇਹ ਕੰਮ ਅੱਛਾ ਲੱਗਾ ਜੀ, ਮੈਂ ਇਹ ਕੀਤਾ। ਅੱਲਾ ਪਾਕ ਕਹਿੰਦੇ ਜੀ ਮੈਨੂੰ ਕਾਮਯਾਬ ਵੀ ਕੀਤਾ। ਮਾਸ਼ਾਅੱਲਾ। ਅੱਲਾ ਮਦਦ ਵੀ ਕਰਦਾ ਜੀ। ਜੀ। ਹਰ ਸ਼ੈ ਮੇਰੀ ਖੁਸ਼ਹਾਲ ਆ, ਮੈਨੂੰ ਕੋਈ ਪਰੇਸ਼ਾਨੀ ਨਹੀਂ। ਮਾਸ਼ਾਅੱਲਾ ਜੀ। ਦੁੱਧ 'ਚ ਪਾਣੀ ਪਾਉਣ ਵਾਲੇ ਨੂੰ ਸਾਰੀ ਪਰੇਸ਼ਾਨੀ ਹੁੰਦੀ। ਆਹੋ ਜੀ, ਜਿਹਨੇ ਧੋਖਾ ਕਰਨਾ ਉਹਨੂੰ ਧੋਖਾ। ਸਿੰਪਲ ਨਾਲ ਲਾ ਲੈ ਜੀ, ਉਹ ਨਾ ਕਰ ਲੈ ਜੀ। ਸਾਡਾ ਐਲਾਨ, ਮੇਰਾ ਦੁੱਧ ਹੈ ਪਿਛਲੇ ਦਿਨਾਂ 'ਚ ਫੂਡ ਵਾਲੇ ਜਿਹੜੇ ਚੈੱਕ ਕਰਦੇ ਆ, ਹਾਂਜੀ, ਆ ਗੱਡੀਆਂ ਡੋਲ ਦਿੰਦੇ ਆ, ਮੇਰਾ ਦੁੱਧ 3 ਵਾਰੀ ਫਰੀਜਾ ਉੱਥੇ। ਹਾਂਜੀ। 3 ਵਾਰੀ ਉਹਨਾਂ ਸੈਂਪਲ ਆ ਕੇ ਚੈੱਕ ਕਰਕੇ ਮੈਨੂੰ ਖੁਦ ਮਿਲ ਕੇ ਉਹਨਾਂ ਨੇ ਕਿਹਾ ਭਾਈ
ਤੇਰਾ ਦੁੱਧ ਬਹੁਤ ਅੱਛਾ। ਵੈਰੀ ਗੁੱਡ ਅੱਲਾ ਦੇ ਹੁਕਮ ਨਾਲ ਕੋਈ 2 ਨੰਬਰੀ ਨਹੀਂ, ਨਾ ਪਾਣੀ ਪਾਉਣਾ ਨਾ ਕੋਈ ਪਾਊਡਰ ਮਿਕਸ ਕਰਨਾ, ਜੀ ਜਿੱਦਾਂ ਦੁੱਧ ਕੱਢਣਾ ਹੈ ਇਦਾਂ ਹੀ ਦੇਣਾ। ਜੀ ਠੀਕ 2-3 ਵਾਰੀ ਉਹ ਸਾਡੇ ਉਕਾਲੇ ਸ਼ਹਿਰ ਦੇ ਨਾਲ ਦੀ ਨਹਿਰ ਲੰਘਦੀ ਹੈ, ਹਾਂਜੀ ਉਹਦੇ ਅਗਲੇ ਪਾਸੇ ਖੜੇ ਹੁੰਦੇ ਆ। ਆ ਜੀ ਉਹ ਨਹਿਰਾਂ ਦੇ ਪੁਲਾਂ ਤੇ ਖਲੋਂਦੇ ਆ ਤੇ ਫਿਰ ਨਹਿਰਾਂ 'ਚ ਸਿੱਟੀ ਜਾਂਦੇ ਆ ਫੜ ਫੜ ਕੇ। 3 ਦਫਾ ਦੁੱਧ ਮੇਰਾ ਚੈੱਕ ਹੋਇਆ ਹੂੰ ਔਰ ਅੱਲਾ ਦੇ ਹੁਕਮ ਨਾਲ ਮੈਂ ਦਾਅਵੇ ਨਾਲ ਕਹਿਣਾ ਮੇਰਾ ਦੁੱਧ ਜਿਹੜਾ ਉਹ ਉੱਥੋਂ ਲੰਘਿਆ। ਬਾਕੀ ਜਿੰਨੇ ਵੀ ਦੋਜੀ ਗਏ ਸਾਰਾ ਡੋਲਿਆ ਉਹਨਾਂ ਨੇ। ਕੀ ਬਾਤ ਹੈ ਜੀ, ਠੀਕ ਹੋ ਗਿਆ ਜੀ। ਹਾਜੀ ਸਾਹਿਬ ਅਸੀਂ ਤੁਹਾਡੇ ਕੋਲ ਆਏ, ਤੁਸੀਂ ਸਾਨੂੰ ਬਹੁਤ ਅੱਛੀਆਂ ਗੱਲਾਂ ਦਿੱਤੀਆਂ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਤੇ ਹੁਣ ਅਸਲ ਦੇ ਵਿੱਚ ਮੈਂ ਅਪੀਲ ਕਰਦਾ ਉਹਨਾਂ ਨੌਜਵਾਨਾਂ ਨੂੰ ਜਿਹੜੇ ਬਾਹਰ ਜਾਣ ਲਈ 10-10 ਲੱਖ ਰੁਪਈਆ ਦਿੰਦੇ ਆ, ਫਿਰ ਉਹ ਲੋਕ ਉਹਨਾਂ ਨੂੰ ਬਾਇਆ ਬਠਿੰਡਾ ਗਲਤ ਰਾਹਾਂ ਲਾਂਚਾਂ 'ਚੋਂ ਜੰਗਲਾਂ 'ਚ ਲਿਜਾਂਦੇ ਆ, ਕੁਛ ਮਰ ਜਾਂਦੇ, ਕੋਈ ਪਹੁੰਚ ਜਾਂਦੇ, ਮਾਵਾਂ ਪਿੱਛੇ ਰੋਂਦੀਆਂ, ਪੁੱਤ ਅੱਗੇ ਰੋਂਦੇ। ਮੈਂ ਇੱਕ ਵਾਰੀ ਵੀਡੀਓ ਖੁਦ ਦੇਖੀ ਹੈ ਜੀ। ਹਾਂਜੀ ਯੂਰਪ 'ਚ ਲਾਂਚ ਦੇ ਜ਼ਰੀਏ ਬੰਦੇ ਗਏ ਆ ਜੀ ਔਰ ਅਮਰੀਕੀ ਫੌਜੀ ਜਿਹੜੇ ਉੱਥੇ ਪਹਿਰੇ ਤੇ ਫਿਰਦੇ ਸੀ ਨਾ, ਹਾਂਜੀ ਹਕੀਕਤ ਗੱਲ ਆ, ਉਹਨਾਂ ਨੇ ਸਾਡੇ ਮੁਸਲਮਾਨਾਂ ਤੇ ਕੁੱਤੇ ਛੱਡਿਆ ਤੇ ਆਪ ਕੋਲ ਖੜੋ ਕੇ ਤਮਾਸ਼ਾ ਦੇ ਰਹੇ। ਹਾਂਜੀ ਕੁੱਤੇ ਉਹਨਾਂ ਨੂੰ ਪਾਲਣ ਡਿਆ ਸੀ, ਖਾਣ ਡਿਆ ਸੀ ਹਾਂਜੀ ਤੇ ਸਾਨੂੰ ਦੇਖ ਕੇ ਦੁੱਖ ਆਉਂਦਾ ਸੀ। ਕੁੱਤੇ ਨਾ ਆਪਣੇ ਆਪ ਤੇ ਛਡਾਓ। ਇਸ ਮੁਲਕ ਦੇ ਵਿੱਚ ਬਹੁਤ ਕੁਛ ਹੈ, ਇਹਦੇ ਵਿੱਚ ਸਭ ਕੁਝ। ਦੁਨੀਆ ਦਾ ਅਮੀਰ ਮੁਲਕ ਸਾਡਾ ਮੁਲਕ ਆ। ਇਮਾਨਦਾਰੀ ਔਰ ਮਿਹਨਤ ਦੀ ਲੋੜ ਆ, ਇੱਥੇ ਮਿਹਨਤ ਕਰੋ। ਤਾਂ ਹਾਜੀ ਸਾਹਿਬ ਇੱਕ ਨਾਰਾ ਹੋ ਜਾਏ, ਪਾਕਿਸਤਾਨ ਜ਼ਿੰਦਾਬਾਦ।